ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਯੂਕੇ ਯੂਰਪ ਦੇਸ਼ ਵਿਦੇਸ਼ ਸਿੱਖ ਚੈਨਲ ਵੇਖ ਰਹੀਆਂ ਸਾਰੀਆਂ ਸੰਗਤਾਂ ਦਾ ਤੁਹਾਡਾ ਅਸੀਂ ਬਹੁਤ ਨਿੱਘਾ ਸਵਾਗਤ ਕਰਦੇ ਹਾਂ ਜੀ ਇਸ ਇਮੀਗ੍ਰੇਸ਼ਨ ਸ਼ੋਅ ਦੇ ਵਿੱਚ, ਜੋ ਕੇਵਲ ਲਾਅ ਐਂਡ ਸੋਲਿਸਿਟਰ ਦੇ ਵੱਲੋਂ ਇਹ ਇਮੀਗ੍ਰੇਸ਼ਨ ਸ਼ੋਅ ਜਿਹੜਾ ਜੀ ਉਹ ਤੁਹਾਡੇ ਸਭ ਦੇ ਲਈ ਪੇਸ਼ ਕੀਤਾ ਜਾਂਦਾ, ਕਿਉਂਕਿ ਇਹਦਾ ਫਾਇਦਾ ਤੁਸੀਂ ਦਰਸ਼ਕ ਲੈ ਰਹੇ ਹੋ। ਭਰਪੂਰ ਫਾਇਦਾ ਹੈ ਇਸ ਪ੍ਰੋਗਰਾਮ ਦਾ। ਸੋ ਇਹ ਵੀ ਅਸੀਂ ਦੱਸ ਦਈਏ ਕਿ ਉਦਾਂ ਨਾਰਮਲ 6 ਵਜੇ ਤੋਂ ਲੈ ਕੇ 7 ਵਜੇ ਤੱਕ ਹੁੰਦਾ, ਪਰ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਜੀ ਉਹ 5:30 ਤੋਂ ਲੈ ਕੇ 6:30 ਵਜੇ ਤੱਕ ਹੋਵੇਗਾ, ਕਿਉਂਕਿ 6:30 ਵਜੇ ਆਪ ਜੀ ਨੂੰ ਪਤਾ ਹੈ ਕਿ ਜੋ ਸਹਿਜ ਪਾਠ ਦੀ ਕੜੀ ਲੱਗਣੀ ਆ ਤੇ ਸਹਿਜ ਪਾਠ ਆਪਾਂ ਸੁਣਨਾ ਹੈ, ਸਰਵਣ ਕਰਨਾ। ਇਸ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਇਹ ਬਦਲਿਆ ਗਿਆ ਹੈ। ਹੋ ਸਕਦਾ ਕਿ ਇਨ ਫਿਊਚਰ ਵੀ ਥੋੜਾ ਜਿਹਾ ਪ੍ਰੋਗਰਾਮ ਸਾਨੂੰ ਇਹ ਬਦਲਣਾ ਪਵੇ। ਸੋ ਬਹੁਤ ਤੁਹਾਡਾ ਅਸੀਂ ਨਿੱਘਾ ਧੰਨਵਾਦ ਕਰਦੇ ਹਾਂ ਜੀ ਤੇ ਸਵਾਗਤ ਵੀ ਤੁਹਾਡਾ ਕਰਦੇ ਹਾਂ ਜੀ ਇਸ ਇਮੀਗ੍ਰੇਸ਼ਨ ਸ਼ੋਅ ਦੇ ਵਿੱਚ। ਸੋ ਤੁਸੀਂ ਆਪਣੀਆਂ ਕਾਲਸ ਸਾਨੂੰ ਕੋਈ ਪੁੱਛਣਾ ਆ, ਤੁਸੀਂ ਰੈਡੀ ਜ਼ਰੂਰ ਕਰ ਲਓ ਤੇ ਅਸੀਂ ਫਤਿਹ ਦੀ ਸਾਂਝ ਜਿਹੜੀ ਆ ਉਹ ਕੇਵਲ ਅਨਸਰ ਜਿਹੜੇ ਕਿ ਲਾਈਵ ਸਾਡੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੇ ਨਾਲ ਫਤਿਹ ਦੀ ਸਾਂਝ ਪਾਈ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ ਪਿਆਰੇ ਦਰਸ਼ਕੋ, ਜਿਵੇਂ ਤੁਹਾਨੂੰ ਅਸੀਂ ਦੱਸਿਆ ਕਿ ਤੁਸੀਂ ਜ਼ਰੂਰ ਆਪਣਾ ਜਿਹੜਾ ਕੋਈ ਕੁਐਸਚਨ, ਕੋਈ ਸਵਾਲ, ਕਿਉਂਕਿ ਬਹੁਤ ਸਾਰੀਆਂ ਚੇਂਜਸ ਜਿਹੜੀਆਂ ਇਮੀਗ੍ਰੇਸ਼ਨ ਰੂਲਸ ਦੇ ਵਿੱਚ ਹੋਈਆਂ ਨੇ, ਇੱਥੋਂ ਦੀ ਗਵਰਨਮੈਂਟ ਦੇ ਵੱਲੋਂ ਕੀਤੀਆਂ ਗਈਆਂ ਨੇ, ਅਸੀਂ ਉਹਦੇ ਬਾਰੇ ਵੀ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਜ਼ਰੂਰ ਕਰਾਂਗੇ। ਤੇ ਜੋ ਵਰਕ ਪਰਮਿਟ ਤੇ ਆ ਰਹੇ ਆ ਉਹਨਾਂ ਬਾਰੇ ਵੀ ਚਰਚਾ ਜ਼ਰੂਰ ਅਸੀਂ ਕਰਾਂਗੇ। ਮੈਰਿਜ ਬੇਸ ਤੇ ਆਉਣਾ ਚਾਹੁੰਦੇ ਨੇ ਜਾਂ ਯੰਗ ਜਿਹੜੇ ਨੌਜਵਾਨ ਨੇ ਉਹ ਆਉਣਾ ਚਾਹੁੰਦੇ ਨੇ, ਉਹਨਾਂ ਦੇ ਬਾਰੇ ਅਸੀਂ ਚਰਚਾ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਤੇ ਸਭ ਤੋਂ ਪਹਿਲਾਂ ਅਸੀਂ ਸਾਡੇ ਬੜੇ ਸਤਿਕਾਰਯੋਗ ਸਰਦਾਰ ਕੇਵਲ ਸਿੰਘ ਜੀ, ਉਹਨਾਂ ਦੇ ਵੱਲ ਜਾਂਦੇ ਹਾਂ। ਕੇਵਲ ਸਿੰਘ ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਬਸ ਜੀ, ਮੇਰੀ ਉਹੀ ਫਿਰ ਵੀ ਰਿਕੁਐਸਟ ਸੇਮ ਹੀ ਆ। ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਆ ਕਿ ਕਰੋਨਾ ਵਾਇਰਸ ਬਹੁਤ ਸਟਰੋਂਗ ਜਾ ਰਿਹਾ, ਭਾਵੇਂ ਇੱਥੇ ਲੋਕਡਾਊਨ ਖੁੱਲ ਗਿਆ, ਫਿਰ ਵੀ ਬਹੁਤ ਖਿਆਲ ਨਾਲ ਰਹੋ। ਇਹ ਬਹੁਤ ਜ਼ਰੂਰੀ ਆ। ਇੰਡੀਆ ਦੇ ਵਿੱਚ ਹੁਣ ਆਪਾਂ ਦੇਖ ਸਕਦੇ ਹਾਂ ਕਿ ਕਿਉਂਕਿ ਖਿਆਲ ਘੱਟ ਕੀਤਾ ਕਈਆਂ ਮੇਰੇ ਭੈਣਾਂ ਭਰਾਵਾਂ ਨੇ, ਕਈਆਂ ਨੇ ਤਾਂ ਬਹੁਤ ਚੰਗੀ ਤਰ੍ਹਾਂ ਕੀਤਾ ਹੈਗਾ। ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਬਹੁਤ ਚੰਗਾ ਖਿਆਲ ਰੱਖਿਆ ਹੈਗਾ। ਪਰ ਲੇਕਿਨ ਫਿਰ ਵੀ ਮੈਂ ਕਹੂੰਗਾ ਕਿ ਅਸੀਂ ਵੱਧ ਤੋਂ ਵੱਧ ਆਪਣਾ ਖਿਆਲ ਰੱਖੀਏ। ਭਾਵੇਂ ਜੇ ਕਿਸੇ ਦੇ ਟੀਕੇ ਲੱਗ ਵੀ ਗਏ ਆ, ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਕੋਈ ਪ੍ਰੋਬਲਮ ਨਹੀਂ ਪੈ ਸਕਦੀ। ਜਾਣੀ ਕਿ ਫਿਰ ਵੀ ਤੁਸੀਂ ਵੱਧ ਤੋਂ ਵੱਧ ਖਿਆਲ ਰੱਖੋ ਪਲੀਜ਼। ਇਹ ਹੱਥ ਜੋੜ ਕੇ ਬੇਨਤੀ ਆ ਸਾਰੇ ਭੈਣਾਂ ਭਰਾਵਾਂ ਤੇ ਨਾਲੇ ਬੱਚਿਆਂ। ਥੈਂਕ ਯੂ ਜੀ। ਬਹੁਤ ਵਧੀਆ ਮੈਸੇਜ ਸਰਦਾਰ ਕੇਵਲ ਸਿੰਘ ਜੀ ਸਾਡੇ ਦਰਸ਼ਕਾਂ ਦੇ ਤਾਈਂ ਪਹੁੰਚਾਇਆ। ਇੱਕ ਕਾਲ ਆਪਾਂ ਸਭ ਤੋਂ ਪਹਿਲਾਂ ਲੈ ਲਈਏ ਜੀ। ਕਾਲਰ ਸਾਡੇ ਨਾਲ ਜੁੜ ਗਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ ਹੈਲੋ, ਕਾਲ ਜੀ ਡ੍ਰੌਪ ਹੋ ਚੁੱਕੀ ਹੈ। ਚਲੋ ਕੋਈ ਨਹੀਂ, ਤੁਸੀਂ ਦੁਬਾਰਾ ਕੋਸ਼ਿਸ਼ ਕਰੋ ਜੀ। ਤੁਹਾਡੇ ਸਵਾਲਾਂ ਦੇ ਜਵਾਬ ਲੈ ਕਰਕੇ ਸਾਡੇ ਬੜੇ ਪ੍ਰਬੰਧਕ ਵਕੀਲ ਇਸ ਵੇਲੇ ਲਾਈਵ ਜੁੜੇ ਹੋਏ ਨੇ। ਸੋ ਤੁਸੀਂ ਆਪਣਾ ਸਵਾਲ ਦੁਬਾਰਾ ਜ਼ਰੂਰ ਕਰ ਸਕਦੇ। ਕਾਲ ਤੁਸੀਂ ਦੁਬਾਰਾ ਜ਼ਰੂਰ ਕਰੋ ਜੀ। ਤੇ ਇਹ ਹੁਣ ਆਪਾਂ ਕਹਿ ਦਈਏ ਵੀ ਕਾਲ ਕਦੇ ਟੈਲੀਫੋਨ ਲੱਗਦਾ ਹੀ ਨਹੀਂ ਲੱਗੇਗਾ। ਕਈ ਵਾਰੀ ਇਹ ਹੁੰਦਾ ਕਿ ਥੋੜਾ ਬਹੁਤਾ ਫਰਕ ਪੈ ਜਾਂਦਾ ਰਿਸੈਪਸ਼ਨ ਦਾ। ਸੋ ਤੁਸੀਂ ਜ਼ਰੂਰ ਕਾਲ ਕਰੋ ਤੇ ਤੁਹਾਡੇ ਜਵਾਬ ਜਿਹੜੇ ਨੇ ਉਹ ਅਸੀਂ ਸਾਡੇ ਵਕੀਲ ਸਾਹਿਬ ਨਾਲ ਦੀ ਨਾਲ ਜ਼ਰੂਰ ਦੇਣਗੇ ਜੀ। ਕਾਲਰ ਸਾਡਾ ਜੁੜ ਗਿਆ ਜੀ। ਵੇਖਦੇ ਆਪਾਂ ਅਗਲੇ ਕਾਲਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ ਭਾਜੀ, ਆਪਣਾ ਟੈਲੀ ਪਲੀਜ਼ ਟੈਲੀ ਬੰਦ ਕਰ ਲਓ, ਤੁਹਾਡੀ ਕਾਲ ਲੱਗ ਗਈ ਆ। ਵੀਰ ਜੀ, ਕਾਲ ਤੁਹਾਡੀ ਲੱਗ ਗਈ ਹੈ, ਟੈਲੀ ਬੰਦ ਕਰ ਲਓ ਪਲੀਜ਼। ਟੈਲੀ ਆਵਾਜ਼ ਬੰਦ ਕਰ ਲਓ ਟੈਲੀ ਦੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਤੁਹਾਡੀ ਕਾਲ ਲੱਗ ਗਈ ਹੈ ਜੀ, ਗੱਲ ਕਰੋ ਜੀ। ਹੈਲੋ ਵੀਰ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਜਿਹੜਾ ਟੈਲੀਵਿਜ਼ਨ ਦੀ ਆਵਾਜ਼ ਹੈ ਨਾ ਉਹ ਬਿਲਕੁਲ ਨੀਵੀਂ ਕਰ ਦਿਓ। ਮੈਂ ਜਿੰਨੇ ਵੀ ਸਾਡੇ ਕਾਲਰ ਨੇ ਜਿਹੜੇ ਕਾਲ ਸਾਨੂੰ ਕਰ ਰਹੇ ਨੇ ਇਸ ਵੇਲੇ, ਮੈਂ ਉਹਨਾਂ ਨੂੰ ਇੱਕ ਰਿਕੁਐਸਟ ਜ਼ਰੂਰ ਕਰਾਂਗਾ ਜੀ ਕਿ ਤੁਸੀਂ ਪਲੀਜ਼ ਟੈਲੀ ਦੀ ਆਵਾਜ਼ ਨਾ ਸੁਣਿਆ ਕਰੋ। ਤੁਸੀਂ ਟੈਲੀਫੋਨ ਤੇ ਆਪਣਾ ਜਿਹੜਾ ਜਵਾਬ ਆ ਉਹ ਜ਼ਰੂਰ ਲੈ ਲਓ। ਤੇ ਅਗਰ ਤੁਸੀਂ ਆਪਣੀ ਆਵਾਜ਼ ਸੁਣਨੀ ਹੈ ਟੈਲੀ ਤੇ ਤੁਸੀਂ ਰਿਕਾਰਡਿੰਗ ਤੇ ਲਾ ਲਿਆ ਕਰੋ। ਤੁਸੀਂ ਬਾਅਦ ਦੇ ਵਿੱਚ ਵੀ ਸੁਣ ਸਕਦੇ ਹੋ ਉਹਨੂੰ, ਤੁਸੀਂ ਕੀ ਸਵਾਲ ਕੀਤਾ, ਤੁਹਾਨੂੰ ਕੀ ਜਵਾਬ ਮਿਲਿਆ, ਤੁਸੀਂ ਰਿਕਾਰਡਿੰਗ ਤੇ ਜ਼ਰੂਰ ਲਾ ਲਿਆ ਕਰੋ ਨਾਲ ਨਾਲ, ਤੇ ਉਹਦਾ ਤੁਹਾਨੂੰ ਫਾਇਦਾ ਹੋ ਜਾਏਗਾ। ਮੈਂ ਜਿੰਨੇ ਸਾਡੇ ਕਾਲਰ ਆਉਣ ਵਾਲੇ ਨੇ, ਮੈਂ ਸਭ ਨੂੰ ਰਿਕੁਐਸਟ ਕਰਾਂਗਾ, ਬੇਨਤੀ ਕਰਾਂਗਾ ਕਿ ਤੁਸੀਂ ਜੀ ਆਪਣੇ ਜਿਹੜੇ ਟੈਲੀ ਆ ਪਲੀਜ਼ ਉਹਦੀ ਆਵਾਜ਼ ਜਿਹੜੀ ਆ ਉਹ ਜ਼ਰੂਰ ਬੰਦ ਕਰ ਲਿਆ ਕਰੋ। ਪਰਦੇ ਤੇ ਤੁਸੀਂ ਵੇਖ ਸਕਦੇ ਆ
ਸਕਰੀਨ ਤੇ ਵੇਖ ਸਕਦੇ ਹਾਂ, ਲੇਕਿਨ ਆਵਾਜ਼ ਜਿਹੜੀ ਆ ਉਹ ਫਿਰ ਸਾਨੂੰ ਇੰਟਰਪਟ ਕਰਦੀ ਹੈ ਜੀ। ਇਸ ਕਰਕੇ ਤੁਸੀਂ ਆਵਾਜ਼ ਪਲੀਜ਼ ਉਹ ਨਾ ਕਰਿਆ ਕਰੋ ਤੇ ਟੈਲੀਫੋਨ ਤੇ ਗੱਲ ਕਰਿਆ ਕਰੋ। ਹਾਂਜੀ, ਜਿਵੇਂ ਕੇਵਲ ਸਿੰਘ ਜੀ ਤੁਸੀਂ ਬਹੁਤ ਹੀ ਸੁੰਦਰ, ਬਹੁਤ ਹੀ ਸੋਹਣਾ ਇੱਕ ਮੈਸੇਜ ਸਾਡੇ ਪਿਆਰੇ ਦਰਸ਼ਕਾਂ ਨੂੰ ਦਿੱਤਾ ਵੀ ਕਰੋਨਾ ਜਿਹੜਾ ਇਸ ਵੇਲੇ ਤੇ ਇਹਦਾ ਇਹ ਮਤਲਬ ਵੀ ਜੇ ਆਪਣੇ ਇੰਜੈਕਸ਼ਨ ਲੱਗ ਗਿਆ ਜਾਂ ਕਰੋਨਾ ਕਿਤੇ ਖਤਮ ਹੋ ਗਿਆ, ਕਰੋਨਾ ਵੈਸੇ ਮੇਰੇ ਖਿਆਲ ਦੇ ਅਨੁਸਾਰ ਕਿ ਖਤਮ ਤਾਂ ਨਹੀਂ ਹੋਇਆ ਹੋਵੇਗਾ। ਹਾਂ, ਇਹਦੀ ਥੋੜੀ ਜਿਹੀ ਰੋਕਥਾਮ ਜਿਹੜੇ ਟੀਕੇ ਆਪਣੇ ਲੱਗ ਰਹੇ ਨੇ ਇਸ ਵੇਲੇ ਇੱਥੇ ਵੀ, ਤੇ ਉਹ ਰੋਕਥਾਮ ਇਹਦੀ ਜ਼ਰੂਰ ਹੈ, ਕਿਉਂਕਿ ਹੁਣ ਆਪਾਂ ਲਾ ਲਈਏ ਫਲੂ ਵੀ ਹਰ ਸਾਲ ਹੁੰਦਾ ਆ, ਹੋਰ ਕਈ ਬਿਮਾਰੀਆਂ ਜਿਹੜੀਆਂ ਇੱਥੇ ਹੀ ਆ ਜੇ ਗਈਆਂ ਨਹੀਂ ਗਈਆਂ। ਤੇ ਇਸੇ ਤਰ੍ਹਾਂ ਮੈਨੂੰ ਇਹ ਵੀ ਲੱਗਦਾ ਕਿ ਜਿਹੜਾ ਕਰੋਨਾ ਆ ਉਹ ਜਾਣਾ ਤਾਂ ਹੈ ਨਹੀਂ, ਲੇਕਿਨ ਉਹਦੀ ਰੋਕਥਾਮ ਜਿਹੜੀ ਆ, ਉਹਦੀ ਮੈਡੀਸਨ ਜਿਹੜੀ ਆ ਜਾਂ ਆਪਣਾ ਟੀਕਾ ਜਿਹੜਾ ਲਾਉਂਦੇ ਆ, ਇਹ ਜ਼ਰੂਰ ਹੈਗੀ, ਰੋਕਥਾਮ ਜ਼ਰੂਰ ਹੈਗੀ ਆ, ਲੇਕਿਨ ਉਹਦਾ ਜੇ ਕਹੀਏ ਕਿ ਕਰੋਨਾ ਖਤਮ ਹੋ ਗਿਆ, ਖਤਮ ਹੋਇਆ ਤੇ ਕੀ ਕਹਿਣਾ ਚਾਹੋਗੇ ਕੇਵਲ ਸਿੰਘ ਜੀ? ਦੇਖੋ ਜੀ, ਇੱਕ ਸਾਡਾ ਮਾਈਂਡ ਆ, ਇੱਕ ਕੌਨਫੀਡੈਂਸ ਬਿਲਡ ਹੋ ਜਾਂਦੀ ਆ ਜੇ ਅਸੀਂ ਕੋਈ ਵੀ ਚੰਗਾ ਕੰਮ ਕੀਤਾ ਹੈਗਾ। ਜੇ ਆਪਾਂ ਇੰਜੈਕਸ਼ਨ ਲਵਾ ਲੈਣੇ, ਮੇਰੇ ਹਿਸਾਬ ਨਾਲ ਤਾਂ ਬਹੁਤ ਚੰਗੀ ਗੱਲ ਆ, ਕਿਉਂਕਿ ਉਹ ਸਾਡੇ ਮਾਈਂਡ ਦੇ ਸੈਟ ਇੱਕ ਸੈੱਟ ਹੋ ਜਾਂਦਾ ਵੀ ਮੈਂ ਹੁਣ ਟੀਕਾ ਲਵਾ ਲਿਆ ਹੈਗਾ ਹੈ ਜੀ। ਤੇ ਜੇ ਆਪਾਂ ਇਦਾਂ ਕਰਦੇ ਥੋੜਾ ਜਿਹਾ ਚੰਗਾ ਫੀਲ ਕਰਦੇ ਆ ਤੇ ਔਰ ਸਾਨੂੰ ਜਦੋਂ ਸਾਡਾ ਮਾਈਂਡ ਸਟਰੋਂਗ ਹੁੰਦਾ ਨਾ ਤੇ ਸਾਨੂੰ ਕੋਈ ਬਿਮਾਰੀ ਲੱਗਣ ਦੇ ਚਾਂਸਸ ਵੀ ਘੱਟ ਨੇ ਹੈ ਜੀ। ਪਰ ਫਿਰ ਵੀ ਕੇਵਲ ਸਿੰਘ ਜੀ ਗੱਲਬਾਤ ਜਾਰੀ ਰੱਖਾਂਗੇ, ਆਪਾਂ ਕਾਲਰ ਲੈ ਲਈਏ। ਹਾਂ, ਕਾਲਰ ਦੇਖਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਕਾਲ ਲੱਗ ਗਈ ਹੈ ਜੀ। Hi, so actually I am calling about my cousin who applied for the tier 2 visa, and he got the rejection because the Home Office said he submitted the wrong English language certificate. But at the time of applying, he didn't know that he has to apply for the English language certificate from the NIRAC. And after that, he got the English language certificate for the NIRAC and applied for the review. So could you please tell me, is there any chance that he will get pass in the review, or he has to apply for the new application? ਜੀ ਪਲੀਜ਼ ਲਿਸਨ ਯੂਰ ਆਨਸਰ ਐਂਡ ਤੁਸੀਂ ਲਾਈਨ ਤੇ ਬਣੇ ਰਹੋ ਜੀ, ਤੁਸੀਂ ਆਪਣਾ ਜਵਾਬ ਜਿਹੜਾ ਉਹ ਸੁਣੋ ਵਕੀਲ ਦੇ ਕੋਲ। Hi there, thank you for your question. First of all, it's quite a complicated question that you're asking, particularly if there's issues in relation to the genuineness of the English certificate. If there are issues, quite a complicated question. Is it? ਹੈਲੋ, ਮੈਨੂੰ ਲੱਗਦਾ ਕਿ ਥੋੜਾ ਜਿਹਾ ਰਿਸੈਪਸ਼ਨ ਦੇ ਵਿੱਚ ਵੀ ਕਮੀ ਲੱਗਦੀ ਆ। ਕਾਲਰ ਜਿਹੜੇ ਸਾਡੇ ਕਾਲ ਕਰਕੇ ਗਏ ਨੇ ਜੀ, ਤੇ ਤੁਸੀਂ ਦੁਬਾਰਾ ਕੋਸ਼ਿਸ਼ ਕਰੋ, ਟਰਾਈ ਕਰੋ। ਤੁਹਾਡੀ ਜਿਹੜੀ ਕਾਲ ਹੈ ਬਿਲਕੁਲ ਸਾਫ਼ ਆਵਾਜ਼ ਜਿਹੜੀ ਆ ਉਹ ਸਾਡੇ ਤੱਕ ਨਹੀਂ ਪਹੁੰਚ ਰਹੀ। ਤੁਸੀਂ ਦੁਬਾਰਾ ਫਿਰ ਜ਼ਰੂਰ ਟਰਾਈ ਕਰੋ, ਦੁਬਾਰਾ ਜ਼ਰੂਰ। ਜਿੰਨੇ ਵੀ ਕਾਲਰ ਸਾਡੇ ਕਾਲ ਕਰ ਰਹੇ ਨੇ ਉਹਨਾਂ ਨੂੰ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਕਿ ਹਾਂਜੀ, ਨਵੇਂ ਕਾਲਰ ਸਾਡੇ ਨਾਲ ਜੁੜ ਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਆਪਣੇ ਟੈਲੀ ਦੀ ਆਵਾਜ਼ ਘੱਟ ਕਰੋ ਜੀ ਤੇ ਗੱਲ ਟੈਲੀਫੋਨ ਤੇ ਕਰੋ ਜੀ। Hello. It's me again. I asked you the question before. Hello. Yeah. I asked you the question just now about the tier 2 visa rejection. Okay. Sure, my friend. If you can do me a favor, if you can send me a copy of the refusal decision. Okay. What we normally do is we offer a free initial consultation. Okay, so send me the refusal, and there should be a mobile number on your screen. I have WhatsApp on that number, so you can send it through to there. We can have a look at the decision, then back to you. Is that okay? Okay. And they just only said that you didn't submit the proper English language certificate. Yeah. So obviously there's concerns about whether or not the language certificate is genuine or not, and so so any English language certificates have to from an provider that's that's authorized by the Secretary of State of the Home, the SSHD of the UK. There's they needed to do, if they were coming under tier 2, they needed a B1 academic test. He got it. No, at the time of the application, he didn't know. Now after that, he got certificate from the official site. No, that's right. Yeah, so it's quite complicated. So
as I've explained, if you can send me a copy of the refusal, then I'm quite happy to have a chat Okay. with you. That's not a problem. Okay. Okay, that's fine. That's fine. Thank Thank you. Thank you. ਓਕੇ ਜੀ, ਓਕੇ ਜੀ, ਥੈਂਕ ਯੂ ਬਹੁਤ ਤੁਹਾਡਾ। ਆਪਣੇ ਰਿਫਿਊਜ਼ਲ ਦੀ ਜਿਹੜੀ ਕਾਪੀ ਆ ਜੋ ਸਾਡੇ ਵਕੀਲ ਸਾਹਿਬ ਨੂੰ ਜ਼ਰੂਰ ਤੁਸੀਂ ਭੇਜ ਦਿਓ, ਤੇ ਫਿਰ ਹੀ ਉਹ ਵਿਚਾਰ ਕਰਨਗੇ ਕਿ ਉਹਦੇ ਬਾਰੇ ਤੁਹਾਨੂੰ ਸਹੀ ਆਨਸਰ ਦੇ ਸਕਣਗੇ। ਤੁਸੀਂ ਉਹਨਾਂ ਦਾ ਨੰਬਰ ਜਿਹੜਾ ਸਕਰੀਨ ਦੇ ਉੱਤੇ ਵੇਖ ਰਹੇ ਹੋ ਜੀ, ਤੇ ਉਹ ਨੰਬਰ ਨੋਟ ਕਰ ਲਓ। ਮੋਬਾਈਲ ਨੰਬਰ ਤੁਸੀਂ ਬਾਅਦ ਦੇ ਵਿੱਚ ਵੀ ਕਾਲ ਕਰ ਸਕਦੇ ਹੋ, ਕੱਲ ਵੀ ਕਾਲ ਕਰ ਸਕਦੇ ਹੋ, ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕਾਲ ਕਰਕੇ ਆਪਣਾ ਜਿਹੜਾ ਜੋ ਵੀ ਤੁਹਾਡੀ ਪ੍ਰੋਬਲਮ ਹੈਗੀ ਆ ਉਹ ਤੁਸੀਂ ਸੋਲਵ ਕਰਾ ਸਕਦੇ ਹੋ। ਗੁਰਜਿੰਦਰ ਸਿੰਘ ਜੀ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਇਸ ਵਕਤ ਸ਼ੋਅ ਜਿਹੜਾ ਆਪਣਾ ਚੱਲ ਰਿਹਾ ਇਹਦੇ ਵਿੱਚ ਕੁਝ ਆਪਾਂ ਆਪਣੇ ਦਰਸ਼ਕਾਂ ਨੂੰ ਅਪਡੇਟ ਜਿਹੜੀ ਉਹ ਆਪਾਂ ਦੇਣੀਆਂ ਨੇ ਕਿ ਇਸ ਵੇਲੇ ਇਮੀਗ੍ਰੇਸ਼ਨ ਦੇ ਲਾਅ ਦੇ ਵਿੱਚ ਜਾਂ ਇੱਥੋਂ ਦੀ ਸਰਕਾਰ ਨੇ ਜਾਂ ਇੰਡੀਆ ਦੀ ਸਰਕਾਰ ਨੇ ਕੀ ਕਿਹਾ ਵਾ ਜਾਂ ਕਿਹੜੀਆਂ ਚੇਂਜਸ ਜਿਹੜੀਆਂ ਕੀਤੀਆਂ ਨੇ, ਕੀ ਉਹਦੇ ਵਿੱਚ ਬਦਲਾਅ ਜਿਹੜੇ ਕੀ ਕੀਤੇ ਨੇ, ਕੋਈ ਸਾਡੇ ਦਰਸ਼ਕਾਂ ਨੂੰ ਤੁਸੀਂ ਇਸ ਬਾਰੇ ਜ਼ਰੂਰ ਜਾਣਕਾਰੀ ਦਿਓਗੇ? ਹਾਂਜੀ, ਆਈ ਮੀਨ ਇਸ ਹਫਤੇ ਇੱਕ ਐਲਾਨ ਹੋਇਆ ਸੀਗਾ ਵੀ ਇੰਗਲੈਂਡ ਦੀ ਸਰਕਾਰ ਨੇ ਤੇ ਇੰਡੀਆ ਦੀ ਸਰਕਾਰ ਨੇ ਇੱਕ ਐਗਰੀਮੈਂਟ ਸਾਈਨ ਕੀਤਾ ਹੈ। ਸੋ ਉਸ ਐਗਰੀਮੈਂਟ ਦੇ ਵਿੱਚੋਂ ਇੱਕ ਚੰਗੀ ਖਬਰ ਵੀ ਆ, ਇੱਕ ਮਾੜੀ ਖਬਰ ਵੀ ਆ। ਸੋ ਮਾੜੀ ਖਬਰ ਇਹ ਆ ਵੀ ਗਾਂ ਆਉਣ ਵਾਲੇ ਸਮੇਂ 'ਚ ਜਿਹੜੇ ਲੋਕੀ ਇੱਥੇ ਇੰਗਲੈਂਡ 'ਚ ਕੱਚੇ ਰਹਿ ਰਹੇ ਨੇ, ਖਾਸ ਕਰਕੇ ਇੰਡੀਆ ਤੋਂ, ਇੰਗਲੈਂਡ ਦੀ ਸਰਕਾਰ ਨੇ ਬਹੁਤ ਜ਼ਿਆਦਾ ਟਾਈਟ ਕਰ ਦੇਣਾ। ਐਂਡ ਆਪਾਂ ਗੱਲਬਾਤ ਇਸੇ ਤਰ੍ਹਾਂ ਗੁਰਜਿੰਦਰ ਸਿੰਘ ਗੱਲਬਾਤ ਕਰੀ ਜਾਵਾਂਗੇ। ਆਪਾਂ ਇੱਕ ਕਾਲ ਲੈ ਲਈਏ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਕੋਲ ਕਾਲ ਡ੍ਰੌਪ ਹੋ ਗਈ ਆ। ਤੁਸੀਂ ਦੁਬਾਰਾ ਜ਼ਰੂਰ ਫਿਰ ਕੋਸ਼ਿਸ਼ ਕਰੋ ਜੀ। ਜਦੋਂ ਕਾਲ ਕਰਦੇ ਹੁੰਦੇ ਆ ਤੇ ਕਾਲ ਕਰਦੇ ਥੋੜੀ ਜਿਹੀ ਵੇਟ ਜ਼ਰੂਰ ਕਰ ਲਿਆ ਕਰੋ, ਤੇ ਵੇਟ ਕਰਨ ਦੇ ਨਾਲ ਜਿਹੜੀ ਗੱਲਬਾਤ ਪਹਿਲਾਂ ਚੱਲ ਰਹੀ ਆ ਉਹ ਗੱਲਬਾਤ ਜਿਹੜੀ ਆ ਉਹ ਕਿਸੇ ਸਿਰੇ ਲੱਗ ਸਕੇ। ਇਸ ਕਰਕੇ ਵੇਟ ਤੁਸੀਂ ਮਿੰਟ 2 ਮਿੰਟ ਜ਼ਰੂਰ ਕਰਿਆ ਕਰੋ ਜੀ ਜਦੋਂ ਤੁਸੀਂ ਕਾਲ ਕਰਦੇ ਆ, ਤੇ ਵੇਟ ਜ਼ਰੂਰ ਕਰ ਲਿਆ ਕਰੋ। ਸੋ ਹਾਂਜੀ, ਆਪਾਂ ਗੁਰਜਿੰਦਰ ਸਿੰਘ ਗੱਲ ਕਰ ਰਹੇ ਸੀ। ਤੁਸੀਂ ਆਖ ਰਹੇ ਸੀਗੇ ਕਿ ਇਸ ਵੇਲੇ ਚੇਂਜਸ ਜਿਹੜੀਆਂ ਇੱਥੋਂ ਦੀ ਗਵਰਨਮੈਂਟ ਨੇ ਕੁਝ ਕੀਤੀਆਂ ਨੇ, ਉਹ ਕੀ ਨੇ? ਉਹ ਬੇਸਿਕਲੀ ਇੱਕ ਐਗਰੀਮੈਂਟ ਹੋਇਆ ਹੈ ਇੰਡੀਆ ਤਾਂ ਇੰਗਲੈਂਡ ਦੀ ਸਰਕਾਰ ਦੇ ਦਰਮਿਆਨ। ਸੋ ਇੰਗਲੈਂਡ ਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਜਿਹੜੇ ਲੋਕੀ ਇੱਥੇ ਇੰਗਲੈਂਡ 'ਚ ਰਹਿ ਰਹੇ ਨੇ ਕੱਚੇ ਤੌਰ ਤੇ, ਖਾਸ ਕਰਕੇ ਇੰਡੀਆ ਤੋਂ, ਜਦੋਂ ਉਹ ਉਹਨਾਂ ਦੇ ਅੜਿੱਕੇ ਆਉਂਦੇ ਆ, ਇੱਥੇ ਦੀ ਸਰਕਾਰ ਲਈ ਬਹੁਤ ਔਖਾ ਹੁੰਦਾ ਉਹਨਾਂ ਨੂੰ ਦੁਬਾਰਾ ਇੰਡੀਆ ਭੇਜਣਾ, ਕਿਉਂਕਿ ਜੋ ਵੀ ਇੰਡੀਆ ਦੇ ਜੋ ਕਾਨੂੰਨ ਹੈਗੇ ਆ ਜਾਂ ਜੋ ਵੀ ਉਹਨਾਂ ਦਾ ਪਾਲਿਸੀ ਜਾਂ ਪ੍ਰੋਸੀਜਰਸ ਹੈਗੇ ਨੇ ਉਹ ਬਹੁਤ ਟਾਈਮ ਕੰਜ਼ਿਊਮਿੰਗ ਹੁੰਦੇ ਆ। ਸੋ ਜਦ ਤੱਕ ਇੱਥੇ ਦੀ ਸਰਕਾਰ ਨੂੰ ਮਜਬੂਰਨ ਫਿਰ ਬੰਦੇ ਨੂੰ ਛੱਡਣਾ ਪੈਂਦਾ, ਕਿਉਂਕਿ ਇੰਡੀਆ ਉਹ ਭੇਜ ਨਹੀਂ ਸਕਦੇ। ਸੋ ਗਾਂ ਆਉਣ ਵਾਲੇ ਸਮੇਂ 'ਚ ਆਪਾਂ ਚੇਂਜਸ ਐਕਸਪੈਕਟ ਕਰ ਰਹੇ ਹਾਂ, ਜਿਹਦੇ ਵਿੱਚ ਜਿਹੜੇ ਖਾਸ ਕਰਕੇ ਇੰਡੀਆ ਤੋਂ ਲੋਕ ਨੇ ਜੇ ਕੱਚੇ ਰਹਿ ਰਹੇ ਨੇ ਤਾਂ ਉਹਨਾਂ ਦਾ ਕੋਈ ਅੱਜ ਦੀ ਡੇਟ 'ਚ ਨਹੀਂ ਕੋਈ ਕੇਸ ਲੱਗਾ ਆ, ਤਾਂ ਉਹਨਾਂ ਲਈ ਇੱਕ ਮਾੜੀ ਖਬਰ ਹੈ, ਕਿਉਂਕਿ ਜੇ ਉਹ ਕੱਲ੍ਹ ਨੂੰ ਕਿਤੇ ਕੋਈ ਹੋਮ ਆਫਿਸ ਦੇ ਅੜਿੱਕੇ ਆ ਜਾਂਦੇ ਆ ਤਾਂ ਬਹੁਤ ਹੀ ਆਸਾਨ ਹੋਣ ਵਾਲਾ ਆ ਉਹਨਾਂ ਨੂੰ ਦੁਬਾਰਾ ਇੰਡੀਆ ਭੇਜਣਾ। ਹਾਂਜੀ, ਸੋ ਇਸ ਗੱਲ ਦਾ ਪੱਕਾ ਐਗਰੀਮੈਂਟ ਹੋ ਚੁੱਕਾ ਆ ਜਾਂ ਕਿ ਅਜੇ ਆਉਣ ਵਾਲੇ ਕੋਈ ਪ੍ਰਪੋਜ਼ਲ ਹੀ ਕੀਤੀ ਆ ਇੱਥੋਂ ਦੀ ਗਵਰਨਮੈਂਟ ਨੇ, ਇੰਡੀਆ ਗਵਰਨਮੈਂਟ ਨੇ, ਕਿ ਇਹਨੂੰ ਹਾਂ ਕਰ ਦਿੱਤੀ ਆ, ਯੈਸ ਕਰ ਦਿੱਤੀ ਆ, ਜਾਂ ਸਾਈਨਿੰਗ ਜਿਹੜੀ ਆ ਉਹ ਹੋ ਗਈ ਆ ਕਿ ਅਜੇ, ਜਾਂ ਕਿ ਅਜੇ ਇਹਨੂੰ ਵਿਚਾਰਿਆ ਜਾ ਰਿਹਾ, ਕਿਸ ਤਰ੍ਹਾਂ? ਨਹੀਂ ਜੀ, ਇਸ ਹਫ਼ਤੇ ਸਾਈਨ ਹੋ ਗਿਆ ਸੀਗਾ। ਸੋ ਜੋ ਇਹਦਾ ਇੰਪਲੀਮੈਂਟੇਸ਼ਨ ਆ ਇਹ ਆਉਣ ਵਾਲੇ ਸਮੇਂ 'ਚ ਸਾਨੂੰ ਦੇਖਣ ਨੂੰ ਮਿਲੇਗਾ ਵੀ ਕਿਹੜੀ ਚੇਂਜਸ ਆਉਂਦੇ ਆ, ਕਿਸ ਹਿਸਾਬ ਨਾਲ ਇੰਡੀਆ ਦੀ ਸਰਕਾਰ ਇੱਥੇ ਇੰਗਲੈਂਡ ਦੀ ਸਰਕਾਰ ਦੀ ਸਹਾਇਤਾ ਕਰਦੀ ਹੈ। ਹਾਂਜੀ, ਇਹ ਹਜੇ ਆਉਣ ਵਾਲੇ ਸਮੇਂ 'ਚ ਸਾਨੂੰ ਦੇਖਣ ਨੂੰ ਮਿਲੇਗਾ। ਜੀ ਬਿਲਕੁਲ ਪਿਆਰੇ ਦਰਸ਼ਕੋ, ਜਿਵੇਂ ਸਾਡੇ ਵਕੀਲ ਸਾਹਿਬ ਜੀ ਸਰਦਾਰ ਗੁਰਜਿੰਦਰ ਸਿੰਘ ਜੀ ਉਹ ਦੱਸ ਰਹੇ ਨੇ ਕਿ ਬਿਲਕੁਲ ਇੱਥੇ ਦੀ ਜਿਹੜੀ ਗਵਰਨਮੈਂਟ ਹੈ ਉਹਨੇ ਇਹ ਇੰਡੀਆ ਦੀ ਗਵਰਨਮੈਂਟ ਦੇ ਨਾਲ ਮਿਲ ਕੇ ਇਹ ਇੱਕ ਜਿਹੜਾ ਰੂਲ ਬਣਾ ਦਿੱਤਾ ਹੈ ਕਿ ਜਿਹੜੇ ਕੱਚੇ ਬੰਦੇ ਇੱਥੇ ਰਹਿ ਰਹੇ ਆ, ਭਾਵੇਂ ਉਹ ਜਿੰਨੇ ਚਿਰ ਤੋਂ ਮਰਜ਼ੀ ਰਹਿ ਰਹੇ ਆ, ਅਗਰ ਉਹ ਅੜਿੱਕੇ ਆ ਗਏ ਤੇ ਉਹਨਾਂ ਨੂੰ ਇੰਡੀਆ ਭੇਜਣਾ ਬੜਾ ਸੌਖਾ ਇਹਨਾਂ ਦੇ ਵਾਸਤੇ ਹੋ ਗਿਆ ਵਾ। ਸੋ ਉਹ ਭੇਜ ਸਕਦੇ ਨੇ। ਪਹਿਲਾਂ ਬੜੀਆਂ ਮੁਸ਼ਕਲਾਂ ਆਉਂਦੀਆਂ ਸਨ ਤੇ ਹੋ ਸਕਦਾ ਕਿ ਇੱਥੋਂ ਦੀ ਸਰਕਾਰ ਵੀ ਬਹੁਤੀ ਸਿਰਦਰਦੀ ਉਦੋਂ ਨਾ ਲੈਂਦੀ ਹੋਵੇ ਕਿ ਇਹਨਾਂ ਨੂੰ ਭੇਜਣ ਦੇ ਉੱਤੇ ਵੀ ਕਾਫੀ ਖਰਚਾ ਆਉਂਦਾ, ਜੇ ਆਪਣਾ ਕਮਾਉਂਦੇ ਆ ਤੇ ਕੋਈ ਨਹੀਂ ਰਹੀ ਜਾਂਦੇ ਆ। ਲੇਕਿਨ ਹੁਣ ਜਿਹੜਾ ਜਿਵੇਂ ਸਾਡੇ ਵਕੀਲ ਸਾਹਿਬ ਜੀ ਨੇ ਦੱਸਿਆ, ਗੁਰਜਿੰਦਰ ਸਿੰਘ ਜੀ ਨੇ, ਕਿ ਇੱਥੋਂ ਦੀ ਸਰਕਾਰ ਨੇ ਇੰਡੀਆ ਦੀ ਸਰਕਾਰ ਦੇ ਨਾਲ ਮਿਲ ਕੇ ਇੱਕ ਐਗਰੀਮੈਂਟ ਕੀਤਾ ਹੈ ਜੀ, ਤੇ ਉਹਦੇ ਉੱਤੇ ਸਾਈਨ ਜਿਹੜੇ ਹੋ ਗਏ ਨੇ ਔਰ ਇੰਪਲੀਮੈਂਟ ਵੀ ਉਹ ਤਕਰੀਬਨ ਹੋ ਹੀ ਗਿਆ ਵਾ। ਤੇ ਉਹਦੇ ਵਿੱਚ ਕੋਈ ਕੱਚਾ ਬੰਦਾ ਇੱਥੇ ਰਹਿ ਰਿਹਾ ਜੀ, ਕਿੰਨੇ ਚਿਰ ਤੋਂ ਰਹਿ ਰਿਹਾ, ਚਾਹੇ 2 ਸਾਲ ਤੋਂ ਆ, ਚਾਹੇ 10 ਸਾਲ ਤੋਂ, ਚਾਹੇ ਉਹ 18 ਸਾਲ ਤੋਂ, ਚਾਹੇ ਕਿਤੋਂ ਵੀ ਆ, ਅਗਰ ਉਹ ਬੰਦਾ ਕਿਤੇ ਫੜਿਆ ਜਾਂਦਾ ਜਾਂ ਅੜਿੱਕਿਆ ਜਾਂਦਾ ਸਰਕਾਰ ਦੇ, ਤੇ ਸਰਕਾਰ ਦੇ ਵਾਸਤੇ ਇਹ ਬੜਾ ਇੱਕ ਸੌਖਾ ਹੋ ਗਿਆ ਉਹਨੂੰ ਵਾਪਸ
ਭੇਜਣਾ। ਤੋ ਗੁਰਜਿੰਦਰ ਸਿੰਘ ਜੀ, ਇਹਦੇ ਵਿੱਚ ਸਰਕਾਰ ਦੇ ਇਰਾਦੇ ਜਿਹੜੇ ਆ ਉਹ ਤੁਹਾਨੂੰ ਕੀ ਦਿਸਦੇ ਆ ਕਿ ਇਹਦੇ ਵਿੱਚ ਕੀ ਇਰਾਦੇ ਆ ਸਰਕਾਰ ਦੇ? ਨਵਿਆਂ ਨੂੰ ਇਹ 2-2 ਸਾਲ ਵਾਸਤੇ ਲਿਆ ਰਹੇ ਆ ਇੱਥੇ ਕੰਮ ਕਰਨ ਵਾਸਤੇ, ਤੇ ਜਿਹੜੇ ਕੱਚੇ ਆ ਉਹਨੂੰ ਵਾਪਸ ਭੇਜ ਰਹੇ ਆ ਇਸ ਤਰ੍ਹਾਂ। ਇਹਦੇ ਵਿੱਚੋਂ ਹਾਂਜੀ। ਕੀ ਤੁਹਾਨੂੰ ਦਿਸਦਾ, ਕੀ ਇਰਾਦਾ, ਸਰਕਾਰ ਦਾ ਇਰਾਦਾ ਕੀ ਹੈ? ਸੀ ਸਰਕਾਰ ਦਾ ਇਰਾਦਾ ਇਹੀ ਹੈ ਵੀ ਉਹ ਪੋਜ਼ਿਟਿਵ ਇਮੀਗ੍ਰੇਸ਼ਨ ਚਾਹੁੰਦੇ ਨੇ। ਉਹ ਚਾਹੁੰਦੇ ਨੇ ਵੀ ਇੱਥੇ ਉਹੀ ਬੰਦੇ ਆਉਣ ਜਿਹੜੇ ਪੜ੍ਹੇ ਲਿਖੇ ਨੇ, ਜਿਹੜੇ ਕਿ ਇੰਗਲਿਸ਼ ਬੋਲ ਸਕਣ, ਕਿਸੇ ਚੰਗੀ ਜੌਬ, ਉਹਨਾਂ ਨੂੰ ਕੋਈ ਸਕਿੱਲ ਆਉਂਦੀ ਹੋਵੇ ਜਿਹੜਾ ਇੰਗਲੈਂਡ ਨੂੰ ਉਸ ਸਕਿੱਲ ਦਾ ਕੋਈ ਲੋੜ ਹੋਵੇ, ਜਿਸ ਤਰ੍ਹਾਂ ਕਿ ਕੋਈ ਨਰਸਿਸ ਜਾਂ ਜਾਂ ਹੋਰ ਵੀ ਜਿਹੜੇ ਆਕੂਪੇਸ਼ਨ ਆਫ ਸ਼ੋਰਟੇਜ ਹੈਗੇ ਨੇ। ਸੋ ਉਸ ਹਿਸਾਬ ਦੇ ਬੰਦੇ ਉਹ ਚਾਹੁੰਦੇ ਨੇ। ਕੱਚਿਆਂ ਦਾ ਇਸ ਤਰ੍ਹਾਂ ਆ ਵੀ ਓਬਵੀਅਸਲੀ ਕਿਉਂਕਿ ਉਹਨਾਂ ਨੂੰ ਕੰਮ ਕਰਨ ਦੀ ਪਰਮਿਸ਼ਨ ਨਹੀਂ ਹੈ, ਸੋ ਕੋਈ ਟੈਕਸ ਨਹੀਂ ਭਰ ਹੋ ਰਿਹਾ। ਇੱਥੇ ਦੀ ਸਰਕਾਰ ਉਹਨਾਂ ਨੂੰ ਇਕਨੋਮਿਕ ਮਾਈਗ੍ਰੈਂਟਸ ਦੇ ਨਾਂ ਤੋਂ ਜਿੱਦਾਂ ਬੁਲਾਉਂਦੀ ਹੈਗੀ ਆ, ਵੀ ਮਤਲਬ ਵੀ ਅਗਲਾ ਆਇਆ ਚੁੱਭੀ ਮਾਰ ਕੇ ਇੱਥੇ ਰਹਿ ਰਿਹਾ ਤਾਂ ਬਸ ਆਪਣਾ ਅੰਡਰਗਰਾਊਂਡ ਹੋ ਕੇ ਪੈਸੇ ਕਮਾ ਕੇ ਵਾਪਸ ਆਪਣੇ ਘਰ ਭੇਜ ਰਿਹਾ ਜੀ। ਸੋ ਉਸ ਚੀਜ਼ ਨੂੰ ਉਹ ਸਟਾਪ ਕਰਨਾ ਚਾਹੁੰਦੇ ਨੇ ਜਿਸ ਹੱਦ ਤੱਕ ਉਹ ਕਰ ਸਕਣ। ਨਾਲੇ ਜਿਹੜੇ ਆਪਾਂ ਪਿਛਲੇ ਹਫ਼ਤੇ ਚਰਚਾ ਕਰ ਰਹੇ ਸੀਗੇ, ਜਿਹੜੇ ਸਟੇਟਲੈਸ ਬੇਸਿਸ ਤੇ ਜਿਹੜੇ ਬੱਚਿਆਂ ਦੇ 5 ਸਾਲ ਹੋਣ ਤੱਕ ਵੇਟ ਕਰਦੇ ਨੇ ਵੀ ਅਸੀਂ ਜਾਣ ਬੁੱਝ ਕੇ ਅਸੀਂ ਪਾਸਪੋਰਟ ਨਹੀਂ ਲਈਏ, ਇਹ ਵੀ ਚੀਜ਼ ਜਿਹੜੀ ਹੈਗੀ ਆ ਸਾਰਾ ਕੁਛ ਜਿਹਦਾ ਹੈਂਡ ਹੀ ਜਾਂਦਾ। ਵੀ ਉਹ ਚਾਹੁੰਦੇ ਨੇ ਵੀ ਖਾਸ ਕਰਕੇ ਵੀ ਜਿਹੜੇ ਲੋਕੀ ਇੰਡੀਆ ਤੋਂ ਨੇ ਉਹਨਾਂ ਦੇ ਵਾਸਤੇ ਜਿਹੜੇ ਲੂਪ ਹੋਲਸ ਹੈਗੇ ਆ, ਜਿਹੜੀ ਚੀਜ਼ਾਂ ਦਾ ਉਹ ਮਿਸਯੂਜ਼ ਕਰਦੇ ਆ, ਵੀ ਉਹ ਨਾ ਹੋਣ। ਇੱਥੋਂ ਇਹ ਲੱਗਦਾ ਵੀ ਜਿਵੇਂ ਕਈ ਵਾਰੀ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਹੋ ਸਕਦਾ ਗੱਲ ਕਿ ਜਿਹੜੇ ਇਹ ਲੋਕ ਨੇ ਇਹ ਕੁਝ ਰੂਲ ਜਿਹੜੇ ਉਹਨੂੰ ਅਬਿਊਜ਼ ਕਰ ਰਹੇ ਨੇ ਜਾਂ ਉਹਦਾ ਕੋਈ ਫਾਇਦਾ ਜਿਹੜਾ ਉਠਾ ਰਹੇ ਨੇ, ਤੇ ਇਹਨਾਂ ਨੂੰ ਰੋਕਣ ਦਾ ਯਤਨ ਇਸ ਤਰੀਕੇ ਨਾਲ ਕਰ ਰਹੇ ਨੇ ਕਿ ਇਹਨਾਂ ਨੇ ਇੱਕ ਤਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹ ਜਿਹੜੇ ਬੱਚਿਆਂ ਦਾ ਵੀ ਇੱਥੇ ਜੇ ਚੱਲ ਰਿਹਾ 5 ਸਾਲ ਦਾ ਜਾਂ 7 ਸਾਲ ਦਾ, ਤੇ ਉਹਦੇ ਬਾਰੇ ਵੀ ਇਹ ਕੋਈ ਚੀਜ਼ਾਂ ਜਿਹੜੀਆਂ ਬਣਾ ਰਹੇ ਨੇ। ਤੇ ਲੇਕਿਨ ਆਹ ਤਾਂ ਜਿਹੜੀ ਚੀਜ਼ਾਂ ਤੁਸੀਂ ਦੱਸਿਆ ਕਿ ਇਹ ਤੇ ਬਣਾ ਦਿੱਤੀ ਆ ਨਾ, ਤੇ ਇਹਨੂੰ ਇੰਪਲੀਮੈਂਟ ਵੀ ਇਹਨਾਂ ਨੇ ਲਾਗੂ ਕਰ ਦਿੱਤਾ ਆ ਕਿ ਕੋਈ ਕੱਚਾ ਬੰਦਾ ਅਗਰ ਯੂਕੇ ਦੇ ਵਿੱਚ ਰਹਿ ਰਿਹਾ ਤੇ ਉਹ ਅਗਰ ਫੜਿਆ ਜਾਵੇ ਤੇ ਉਹਨੂੰ ਸਟੇਟ ਵੇ ਇਹ ਭੇਜ ਸਕਦੇ ਆ। ਮੈਂ ਇੱਕ ਗੱਲ ਹੋਰ ਗੁਰਜਿੰਦਰ ਸਿੰਘ ਜੀ ਪੁੱਛਣਾ ਚਾਹੁੰਦਾ, ਕਈ ਵਾਰ ਦਰਸ਼ਕਾਂ ਦੀ ਵੀ ਮਾਫੀ ਲੈ ਕੇ ਆ ਜਾਂਦੀ ਆ। ਸਟ੍ਰੇਟ ਵੇ ਤਾਂ ਨਹੀਂ ਹੈਗਾ ਸਰ, ਵੀ ਮਤਲਬ ਉਹ ਚੇਂਜਸ ਜਿਹੜੇ ਹੈਗੇ ਨੇ ਉਹ ਕਿਸ ਹਿਸਾਬ ਨਾਲ ਉਹਦਾ ਪ੍ਰੋਸੀਜਰ ਜਾਂ ਪਾਲਿਸੀ ਹੋਏਗੀ, ਇੰਡੀਆ ਦੀ ਸਰਕਾਰ ਕਿਸ ਤਰ੍ਹਾਂ ਇੰਗਲੈਂਡ ਦੀ ਸਰਕਾਰ ਦੀ ਸਹਾਇਤਾ ਕਰੇਗੀ, ਇਹ ਹਜੇ ਸਾਨੂੰ ਦੇਖਣ ਨੂੰ ਮਿਲੇਗਾ। ਵੈਸੇ ਐਗਰੀਮੈਂਟ ਸਾਈਨ ਹੋ ਗਿਆ ਆ, ਪਰ ਪੂਰੀ ਤਰ੍ਹਾਂ ਜਿਹੜੇ ਇਹਦੀ ਪਾਲਿਸੀ ਜਾਂ ਪ੍ਰੋਸੀਜਰਸ ਜਾਂ ਜੋ ਕਾਨੂੰਨੀ ਤੌਰ ਤੇ ਹੁਣ ਜੇ ਕਿਸੇ ਨੂੰ ਉਹ ਭੇਜਦੇ ਵੀ ਆ ਤਾਂ ਉਹਨੂੰ ਲੀਗਲੀ ਤੌਰ ਤੇ ਹੀ ਭੇਜ ਸਕਦੇ ਆ, ਸੋ ਉਹ ਵੀ ਉਹਨਾਂ ਨੂੰ ਡਾਕੂਮੈਂਟ ਕਰਨਾ ਪਏਗਾ। ਸੋ ਸਾਨੂੰ ਉਮੀਦ ਹੈਗੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜਿਹੜੇ ਅਸੀਂ ਸਟੇਟਮੈਂਟ ਆਫ ਚੇਂਜਸ ਕਹਿੰਦੇ ਨੇ, ਵੀ ਕਿਸ ਤਰ੍ਹਾਂ ਦੇ ਚੇਂਜਸ ਇਮੀਗ੍ਰੇਸ਼ਨ ਰੂਲਸ ਦੇ ਵਿੱਚ ਆਉਣ ਵਾਲੇ ਹੈਗੇ ਆ, ਉਹ ਜਲਦ ਸਾਨੂੰ ਦੇਖਣ ਨੂੰ ਮਿਲਣਗੇ। ਜਿਸ ਤਰ੍ਹਾਂ ਹੀ ਉਹ ਪਬਲਿਸ਼ ਹੁੰਦੇ ਅਸੀਂ ਤੁਹਾਡੇ ਸਾਹਮਣੇ ਆ ਕੇ ਤੁਹਾਨੂੰ ਉਹ ਗੱਲਾਂ ਸਾਂਝੀਆਂ ਕਰਾਂਗੇ। ਜਿਵੇਂ ਵਕੀਲ ਸਾਹਿਬ ਨੇ ਦੱਸਿਆ ਕਿ ਸਟੇਟ ਵੇ ਤੇ ਨਹੀਂ ਭੇਜ ਸਕਦੇ, ਲੇਕਿਨ ਇੱਕ ਗੁਰਜਿੰਦਰ ਸਿੰਘ ਜੀ ਆਪਾਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਕਲੀਅਰ ਕਰ ਦਿਓ ਕਿ ਜੇ ਅਗਰ ਕੋਈ 10 ਸਾਲ ਤੋਂ ਰਹਿ ਰਿਹਾ ਜਾਂ 15 ਸਾਲ ਤੋਂ ਰਹਿ ਰਿਹਾ ਜਾਂ 18 ਸਾਲ ਤੋਂ ਰਹਿ ਰਿਹਾ, ਤਕਰੀਬਨ 20 ਸਾਲ ਦੇ ਨੇੜੇ ਹੋਣ ਵਾਲਾ, ਕੀ ਉਹਦਾ ਕੋਈ ਹੱਕ ਕੋਈ ਬਣਦਾ ਆ ਜਾਂ ਕੋਈ ਉਹ ਕੋਈ ਐਪਲੀਕੇਸ਼ਨ ਪਾ ਸਕਦਾ ਹੈ? ਹਾਂਜੀ ਬਿਲਕੁਲ ਪਾ ਸਕਦੇ ਆ। ਇਮੀਗ੍ਰੇਸ਼ਨ ਰੂਲ ਜਿਹੜਾ ਹੈਗਾ 276 ADE ਉਹ ਕੱਚਿਆਂ ਵਾਸਤੇ ਹੀ ਬਣਿਆ ਗਿਆ ਹੈ। ਸੋ ਪਹਿਲਾਂ ਕੀ ਹੁੰਦਾ ਸੀਗਾ, 2012 ਤੋਂ ਪਹਿਲਾਂ ਵੀ ਲੋਕੀ ਹਿਊਮਨ ਰਾਈਟਸ ਬੇਸਿਸ ਤੇ ਆਪਣੀ ਐਪਲੀਕੇਸ਼ਨ ਲਗਾਉਂਦੇ ਸੀਗੇ। ਜਿਹੜਾ ਹਿਊਮਨ ਰਾਈਟਸ ਐਕਟ ਹੈ ਉਹ ਇਮੀਗ੍ਰੇਸ਼ਨ ਰੂਲਸ ਦੇ ਵਿੱਚ ਉਹਨਾਂ ਨੇ ਤਬਦੀਲ ਕੀਤਾ ਸੀਗਾ, ਵੀ ਉਹ ਚਾਹੁੰਦੇ ਸੀਗੇ ਵੀ ਜਿਹੜੀ ਉਹਦੀ ਬੈਨੀਫਿਟ ਹੈਗਾ ਉਹ ਇਮੀਗ੍ਰੇਸ਼ਨ ਰੂਲਸ ਦੇ ਵਿੱਚ ਹੋਵੇ। ਸੋ ਉਹਦੇ ਵਿੱਚ ਇਹੀ ਲਿਖਦੇ ਆ ਵੀ ਜਾਂ ਤਾਂ ਤੁਹਾਨੂੰ ਇੱਥੇ 20 ਸਾਲ ਹੋ ਗਏ ਹੋਣ ਰਹਿੰਦਿਆਂ ਨੂੰ, ਜਾਂ ਤੁਸੀਂ ਬੱਚੇ ਆ ਤਾਂ ਤੁਹਾਨੂੰ 7 ਸਾਲ ਹੋ ਗਏ ਹੋਣ, ਜਾਂ ਤੁਸੀਂ 25 ਸਾਲ ਤੋਂ ਦੀ ਉਮਰ ਤੋਂ ਥੱਲੇ ਆ, 18 ਸਾਲ ਦੀ ਉਮਰ ਤੋਂ ਵੱਧ ਆ ਤਾਂ ਤੁਹਾਨੂੰ ਅੱਧੀ ਲਾਈਫ ਹੋ ਗਈ ਇੱਥੇ ਰਹਿੰਦਿਆਂ ਨੂੰ, ਜਾਂ ਤੁਸੀਂ ਕੋਈ ਇਸ ਤਰ੍ਹਾਂ ਦੀ ਵਜ੍ਹਾ ਸਾਨੂੰ ਦੱਸ ਸਕੋ ਵੀ ਤੁਹਾਨੂੰ ਕਿਹੜੀ ਉਹ ਚੀਜ਼ ਹੈ ਜਿਹੜੀ ਇੱਥੇ ਇੰਗਲੈਂਡ ਰਹਿਣ 'ਚ ਮਜਬੂਰ ਕਰ ਰਹੀ ਹੈ, ਤਾਂ ਉਹ ਕਿਹੜੀ ਵਜ੍ਹਾ ਹੈ ਜਿਹਦੇ ਕਾਰਨ ਤੁਸੀਂ ਨਹੀਂ ਦੁਬਾਰਾ ਜਾ ਕੇ ਆਪਣੇ ਮੁਲਕ ਵੱਸ ਸਕਦੇ। ਉਹਦੇ 'ਚ ਟਾਈਮ ਦਾ ਨਹੀਂ ਹੁੰਦਾ ਵੀ 10 ਸਾਲ ਹੋ ਗਏ, 15 ਸਾਲ ਹੋ ਗਏ, 20 ਸਾਲ ਹੋ ਗਏ, ਪਰ ਵੈਸੇ ਮੰਨਿਆ ਇਹ ਜਾਂਦਾ ਵੀ ਜਿੰਨਾ ਹੀ ਲੰਬਾ ਸਮਾਂ ਹੋ ਜਾਂਦਾ ਉਨੀ ਜੜਾ ਬੰਦੇ ਦੀ ਫਿਰ ਸਟਰੋਂਗ ਇੱਥੇ ਇੰਗਲੈਂਡ 'ਚ ਬਣ ਜਾਂਦੀ ਹੈ। ਠੀਕ ਹੈ ਜੀ, ਆਪਾਂ ਨਾਲ ਵਿਚਾਰਾਂ ਕਰੀ ਜਾਵਾਂਗੇ। ਸੋ ਪਰ ਦਰਸ਼ਕੋ ਤੁਸੀਂ ਕਾਲ ਜ਼ਰੂਰ ਸਾਨੂੰ ਕਰੋ ਜੀ, 0121 380 1051 011 380 1051 ਨੰਬਰ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ,
ਉਸ ਨੰਬਰ ਤੇ ਸਾਨੂੰ ਕਾਲ ਕਰਕੇ ਤੁਸੀਂ ਆਪਣਾ ਸਵਾਲ ਜ਼ਰੂਰ ਪੁੱਛ ਸਕਦੇ ਹੋ ਕਿ ਕਿਹੜੀਆਂ ਚੇਂਜਸ ਹੋਈਆਂ ਨੇ ਜਾਂ ਹੁਣ ਸਾਨੂੰ ਕੀ ਕਰਨਾ ਚਾਹੀਦਾ ਵਾ। ਇਹ ਤੁਸੀਂ ਆਪਣੇ ਸਵਾਲ ਜਿਹੜੇ ਸਾਨੂੰ ਜ਼ਰੂਰ ਪੁੱਛੋ ਜੀ, ਤੇ ਤੁਹਾਨੂੰ ਰਾਈਟ ਜਵਾਬ ਜਿਹੜੇ ਸਾਡੇ ਵਕੀਲ ਸਾਹਿਬ ਕੇਵਲ ਲਾਂਡ ਸੋਲਿਸਿਟਰ ਉਹ ਇਸ ਵੇਲੇ ਜਵਾਬ ਦੇ ਰਹੇ ਨੇ। ਤਾਂ ਮੈਂ ਥੋੜਾ ਜਿਹਾ ਨਾਲ ਆਪ ਜੀ ਨੂੰ ਦੂਜੇ ਪਾਸੇ ਵੀ ਲੈ ਜਾਵਾਂ। ਸਰਦਾਰ ਕੇਵਲ ਸਿੰਘ ਜੀ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਵੀ ਕਰੋਨਾ ਵੀ ਬੜਾ ਇਸ ਵੇਲੇ ਪੰਜਾਬ ਦੇ ਵਿੱਚ ਵੀ ਹੈ, ਇੰਡੀਆ ਦੇ ਵਿੱਚ ਵੀ ਹਾਹਾਕਾਰ ਮੱਚੀ ਹੋਈ ਹੈ ਇਸ ਵੇਲੇ। ਜਦੋਂ ਵੇਖਿਆ ਕਿ ਆਕਸੀਜਨ ਜਿਹੜੀ ਹੈ ਉਹ ਬਾਹਰਲੇ ਮੁਲਕਾਂ ਤੋਂ ਭੇਜੀ ਜਾ ਰਹੀ ਹੈ, ਤੇ ਉੱਥੇ ਜਿਹੜੇ ਲੋਕ ਆ ਉੱਥੇ ਦੇ ਰਹਿਣ ਵਾਲੇ, ਤੇ ਉਹ ਗਾਈਡਲਾਈਨ ਜਿਹੜੀਆਂ ਉਹ ਨਹੀਂ ਇਸ ਵੇਲੇ ਫਾਲੋ ਕਰ ਰਿਹਾ। ਮੈਂ ਇਹ ਵੀ ਦੇਖਿਆ ਕਿ ਜਿਨ੍ਹਾਂ ਨੂੰ ਸਾਹ ਨਹੀਂ ਆ ਰਿਹਾ ਤੇ ਉਹਨਾਂ ਦੇ ਕੋਲ ਬੈਠਣ ਵਾਲੇ ਵੀ ਜਿਹੜੇ ਆ, ਐਵਨ ਕਿ ਉਹਨਾਂ ਦੇ ਵੀ ਕਈ ਵਾਰੀ ਮਾਸਕ ਨਹੀਂ ਪਾਇਆ ਹੁੰਦਾ ਜਾਂ ਉਹ ਸੈਨੀਟਾਈਜ਼ ਨਹੀਂ ਕਰਦੇ। ਤੁਸੀਂ ਕੀ ਸਮਝਦੇ ਹੋ ਕਿ ਇਹਦੇ ਨਾਲ ਕਰੋਨਾ ਜਿਹੜਾ ਉਹ ਜ਼ਿਆਦਾ ਫੈਲ ਸਕਦਾ ਹੈ? ਹਾਂਜੀ ਭਾਜੀ, ਇਹ ਤਾਂ ਜਾਣੀ ਕਿ ਤੁਹਾਨੂੰ ਦੱਸਣ ਵਾਲੀ ਗੱਲ ਹੀ ਨਹੀਂ ਕਿ ਜਿੱਦਾਂ ਹੁਣ ਆਪਾਂ ਕਈ ਵਾਰ ਗੰਦ ਦੇ ਵਿੱਚ ਕਹਿ ਦਿੰਦੇ ਹਾਂ ਹੱਥ ਲਾਉਂਦੇ ਹਾਂ ਤੇ ਆਪਾਂ ਨੂੰ ਕੋਈ ਇਨਫੈਕਸ਼ਨ ਹੋ ਜਾਂਦਾ। ਇਹਦੇ ਵਿੱਚ ਤਾਂ ਆਮ ਜਿਹੜੇ ਸੀਨੀਅਰ ਡਾਕਟਰ ਆ ਉਹ ਇਹੀ ਦੱਸਦੇ ਆ ਕਿ ਬਈ ਘੱਟ ਤੋਂ ਘੱਟ ਇਸ ਚੀਜ਼ ਨੂੰ ਕੰਟੈਕਟ ਹੋਵੇ, ਯਾਨੀ ਕਿ ਆਪਾਂ ਉੱਥੇ ਬੈਠੇ ਹਾਂ, ਜੇ ਬੈਠੇ ਹਾਂ ਤਾਂ ਪੂਰੇ ਤਰੀਕੇ ਨਾਲ ਗਲਵਜ਼ ਪਾਏ ਹੋਣ, ਮਾਸਕ ਲਗਾਇਆ ਹੋਵੇ। ਸਾਡਾ ਕਈ ਵਾਰ ਕੀ ਹੁੰਦਾ ਕਿ ਅਸੀਂ ਕੋਈ ਜਿੱਦਾਂ ਵਰਕਟਾਪ ਆ ਕਿਚਨ ਦਾ ਜਾਂ ਹੋਰ ਕੋਈ ਉੱਥੇ ਹੋਵੇ, ਚੇਅਰ ਨੂੰ ਵੀ ਟੱਚ ਕਰਦੀ ਜਿੱਥੇ ਦੇ ਲੋਕੀ ਹੋਰ ਵੀ ਬੈਠੇ ਹੁੰਦੇ ਆ, ਸਾਡੇ ਹੱਥ ਲੱਗ ਜਾਣ ਤੇ ਸਾਨੂੰ ਇਨਫੈਕਸ਼ਨ ਹੋ ਸਕਦੀ ਆ। ਅਮਾ ਕਹਿੰਦੇ ਆ ਕਿ ਘੰਟੇ ਬਾਅਦ ਉਹ ਹਟ ਜਾਂਦੀ ਆ, ਪਰ ਤੁਹਾਨੂੰ ਤਾਂ ਨਹੀਂ ਨਾ ਪਤਾ ਹੁੰਦਾ ਵੀ ਘੰਟਾ ਹੋਇਆ ਜਾਂ 10 ਮਿੰਟ ਹੋਏ ਨੇ। ਹੈ ਜੀ, ਕੋਈ ਬੰਦਾ ਛਿੱਕ ਦੇਵੇ ਜਾਂ ਖੰਘ ਦੇਵੇ, ਤੁਹਾਡੇ ਮੂੰਹ ਦੇ ਵਿੱਚੋਂ ਕਾਫੀ ਜਰਮਸ ਨਿਕਲ ਕੇ ਇੱਧਰ ਕਈਆਂ ਚੀਜ਼ਾਂ ਤੇ ਲੱਗ ਜਾਂਦੇ ਆ। ਸੋ ਸਾਨੂੰ ਬਹੁਤ ਖਿਆਲ ਰੱਖਣਾ ਚਾਹੀਦਾ ਕਿ ਗਲਵਸ ਦਾ, ਮਾਸਕ ਪਾਉਣ ਦਾ। ਹੈ ਜੀ, ਤੇ ਭਾਵੇਂ ਅਸੀਂ ਸੜਕ ਤੇ ਵੀ ਤੁਰੇ ਜਾਂਦੇ ਹਾਂ, ਜੇ ਅਸੀਂ ਮਾਸਕ ਪਾਇਆ ਹੋਵੇ ਉਹ ਚੰਗੀ ਗੱਲ ਆ ਕਿ ਅਸੀਂ ਆਪ ਵੀ ਬਚਦੇ ਹਾਂ, ਦੂਜੇ ਨੂੰ ਵੀ ਬਚਾ ਰਹੇ ਹਾਂ। ਮੈਂ ਤਾਂ ਇਹੀ ਕਹੂੰਗਾ ਸਿੰਪਲ ਕਿ ਅਸੀਂ ਦੂਜਿਆਂ ਨੂੰ ਬਚਾਉਣਾ ਛੱਡੋ, ਆਪਣੇ ਆਪ ਨੂੰ ਬਚਾਓ, ਆਪਣੇ ਬੱਚਿਆਂ ਨੂੰ, ਭੈਣਾਂ ਭਰਾਵਾਂ ਨੂੰ ਬਚਾਓ। ਜੇ ਤੁਸੀਂ ਇੰਨਾ ਹੀ ਕੰਮ ਕਰ ਲਓਗੇ, ਤੁਸੀਂ ਸਮਝੋ ਦੁਨੀਆਂ ਨੂੰ ਬਚਾ ਲਿਆ। ਜੀ, ਬੜਾ ਵਧੀਆ, ਬੜਾ ਸੁੰਦਰ ਕਹਿ ਰਹੇ ਨੇ ਸਰਦਾਰ ਕੇਵਲ ਸਿੰਘ ਜੀ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਆਪ ਸਮਝੋ। ਜਦੋਂ ਅਸੀਂ ਆਪਣੀ ਜ਼ਿੰਮੇਵਾਰੀ ਆਪ ਸਮਝਦੇ ਹਾਂ ਜੀ, ਤੇ ਫਿਰ ਹੀ ਅਸੀਂ ਜੇ ਆਪ ਬਚਾਂਗੇ ਦੂਜੇ ਦੀ ਲਾਈਫ ਵੀ ਬਚਾ ਸਕਦੇ ਹਾਂ। ਤੇ ਜੇ ਅਸੀਂ ਆਪ ਹੀ ਨਹੀਂ ਜ਼ਿੰਮੇਵਾਰੀ ਸਮਝਦੇ ਤੇ ਅਸੀਂ ਆਪ ਹੀ ਤੁਰ ਜਾਂਦੇ ਹਾਂ ਤੇ ਦੂਜੇ ਨੂੰ ਅਸੀਂ ਕੀ ਬਚਾ ਸਕਦੇ ਹਾਂ। ਚਲੋ ਪਿਆਰੇ ਦਰਸ਼ਕੋ, ਕਰੋ ਜੀ ਸਾਨੂੰ ਕਾਲ ਕਰੋ। ਤੁਹਾਡਾ ਕੋਈ ਇਮੀਗ੍ਰੇਸ਼ਨ ਦੇ ਮਸਲੇ ਦੇ ਵਿੱਚ ਕੋਈ ਇਸ ਵੇਲੇ ਕੋਈ ਮਸਲਾ ਇੱਦਾਂ ਦਾ ਤੁਹਾਡਾ ਜਿਹਦਾ ਹੱਲ ਨਹੀਂ ਹੋ ਰਿਹਾ, ਤੁਹਾਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਨੁਕਸਾਨ ਵਾਲੇ ਪਾਸੇ ਜਾ ਰਹੀ ਹੈ ਗੱਲ, ਤੁਸੀਂ ਜ਼ਰੂਰ ਕਾਲ ਕਰੋ ਸਾਡੇ ਵਕੀਲ ਸਾਹਿਬ ਜੀ ਨੂੰ। ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆ ਜੀ, ਨੰਬਰ ਘੁਮਾਓ, ਕਾਲ ਕਰਕੇ ਤੁਸੀਂ ਆਪਣਾ ਬਣਦਾ ਸਵਾਲ ਜ਼ਰੂਰ ਸਾਨੂੰ ਪੁੱਛੋ ਜੀ। ਕਿਸੇ ਨੇ ਮੁੰਡਾ ਜਾਂ ਕਿਸੇ ਨੇ ਲੜਕੀ ਉੱਥੋਂ ਇੰਡੀਆ ਤੋਂ ਮੰਗਾਈ ਆ ਜਾਂ ਮੰਗਾਉਣੀ ਆ, ਜਾਂ ਵਿਆਹ ਦੇ ਬੇਸ ਤੇ ਆ, ਜਾਂ ਇੱਥੇ ਆ ਕੇ ਮੁੰਡਾ ਮੁੱਕਰ ਗਿਆ ਜਾਂ ਕੁੜੀ ਮੁੱਕਰ ਗਈ ਆ, ਜਾਂ ਇਹ ਇਸ ਤਰ੍ਹਾਂ ਦੀਆਂ ਗੱਲਾਂ ਆਮ ਆਪਾਂ ਵੇਖੀਆਂ ਨੇ। ਸੋ ਉਹਦਾ ਕੀ ਇਲਾਜ ਹੋ ਸਕਦਾ, ਉਹਦਾ ਕੀ ਹੋ ਸਕਦਾ, ਆਪਾਂ ਉਹ ਜ਼ਰੂਰ ਜਿਹੜੇ ਸਵਾਲ ਆ ਜੀ ਉਹ ਸਾਡੇ ਵਕੀਲ ਸਾਹਿਬਾਨਾਂ ਦੇ ਪਾਸੋਂ ਆਪਾਂ ਪੁੱਛੀਏ। ਹੁਣ ਆਪਾਂ ਚੱਲਦੇ ਹਾਂ ਜੀ, ਇਹਦੇ ਵਿੱਚ ਹੋਰ ਕੋਈ ਜਿਹੜੀਆਂ ਚੇਂਜਸ ਜਿਹੜੀਆਂ ਉਹ ਆਈਆਂ ਨੇ। ਪਤਾ ਲੱਗਾ ਕਿ ਇੰਡੀਆ ਤੋਂ ਜਿਹੜੇ 18 ਸਾਲ ਤੋਂ ਉੱਪਰ ਆ ਉਹ ਇੱਥੇ ਕੰਮਕਾਰ ਕਰਨ ਵਾਸਤੇ ਆ ਸਕਦੇ ਨੇ। ਉਹ ਕਿਹੜਾ ਰੂਲ ਹੈ ਜੀ ਗੁਰਜਿੰਦਰ ਸਿੰਘ ਜੀ, ਜਾਂ ਉਹਨਾਂ ਵਾਸਤੇ ਕੀ ਜਿਹੜੀਆਂ ਛੋਟਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਇੱਥੋਂ ਦੀ ਸਰਕਾਰ ਵੱਲੋਂ? ਹਾਂਜੀ, ਤਕਰੀਬਨ ਕੋਈ ਸਨ 2008 'ਚ ਇੱਕ ਰੂਟ ਹੁੰਦਾ ਸੀਗਾ ਵਰਕਿੰਗ ਹੌਲੀਡੇ ਮੇਕਰ ਵੀਜ਼ਾ। ਉਹਦੇ ਵਿੱਚ ਕੀ ਹੁੰਦਾ ਸੀਗਾ ਵੀ ਤੁਸੀਂ ਜੇ ਇੰਗਲੈਂਡ ਆਉਣਾ ਚਾਹੁੰਦੇ ਆ ਤਾਂ ਤੁਸੀਂ 2 ਸਾਲ ਤੱਕ ਆ ਸਕਦੇ ਸੀਗੇ। ਸਾਲ ਦੀ ਉਹਦੇ ਵਿੱਚ ਪੜ੍ਹਾਈ ਸੀਗੀ ਤਾਂ ਸਾਲ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਸੀਗੇ। ਇਹ ਰੂਟ ਕਾਫੀ ਚਿਰ ਚੱਲਿਆ ਤਾਂ ਫਿਰ ਬੰਦ ਹੋ ਗਿਆ ਸੀਗਾ। ਸੋ ਜਿਹੜੇ ਐਗਰੀਮੈਂਟ ਇਸ ਹਫ਼ਤੇ ਸਾਈਨ ਹੋਇਆ ਆ, ਇਹਦੇ ਵਿੱਚੋਂ ਚੰਗੀ ਖਬਰ ਇਹ ਨਿਕਲੀ ਆ ਵੀ 3000 ਲੋਕਾਂ ਨੂੰ ਇੰਡੀਆ ਦੇ ਵਿੱਚੋਂ ਓਪਰਚੁਨਿਟੀ ਹੋਊਗੀ ਵੀ ਇੰਗਲੈਂਡ ਉਹ 2 ਸਾਲ ਤੱਕ ਆ ਸਕਣ। ਰਿਕੁਆਇਰਮੈਂਟਸ ਉਹਦੇ ਵਿੱਚ ਕੋਈ ਖਾਸ ਨਹੀਂ ਹੈਗੀ। ਉਹਨਾਂ ਦੇ ਅਕਾਊਂਟ 'ਚ ਕੋਈ 2600 ਪਾਉਂਡ ਰਕਮ ਚਾਹੀਦੀ ਹੈ। 18 ਸਾਲ ਤੋਂ 30 ਸਾਲ ਦੀ ਉਮਰ ਤੱਕ ਉਹਨਾਂ ਦੀ ਉਮਰ ਹੋਣੀ ਚਾਹੀਦੀ ਹੈ। ਇੰਗਲਿਸ਼ ਦੀ ਵੈਸੇ ਕੋਈ ਖਾਸ ਉਹਨਾਂ ਨੇ ਰਿਕੁਆਇਰਮੈਂਟ ਨਹੀਂ ਦੱਸੀ, ਪਰ ਉਹ ਇੰਨਾ ਜ਼ਰੂਰ ਕਾਲ ਲੈ ਲਈਏ ਗੁਰਜਿੰਦਰ ਸਿੰਘ ਜੀ, ਕਾਲ ਲੈ ਲਈਏ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਹਾਂਜੀ, ਬਹੁਤ ਤੁਹਾਡਾ ਸਵਾਗਤ ਕਰਦੇ ਜੀ। ਮੈਂ ਦੇਖਿਆ ਸੀ ਅੰਕਲ ਜੀ, ਮੈਂ ਅੱਗੇ ਵੀ ਕਈ ਵਾਰੀ ਨਿਊਜ਼ ਸੁਣੀ ਸੀ। ਮੈਨੂੰ ਇੱਥੇ 28 ਈਅਰ ਹੋ ਗਿਆ ਆਏ ਨੂੰ ਜੀ। ਮੇਰੇ ਮੁੰਡਾ ਮੇਰਾ ਇੱਥੇ ਆ, ਉਹ ਆਪਣਾ ਵਿਆਹ ਕੀਤਾ ਗੋਰੀ ਨਾਲ, ਉਹ ਪਾਸੇ ਰਹਿੰਦਾ ਆ। ਮੈਂ ਇਕੱਲਾ ਹੀ ਰਹਿੰਦਾ। ਆਪਣੇ ਫਲੈਟ ਮੇਰਾ ਰੈਂਟ ਤੇ ਲਿਆ, ਗੌਰਮੈਂਟ ਦਿੰਦੀ ਆ।
ਤੇ ਮੇਰੇ 2 ਹੂੰ। ਕੁੜੀਆਂ ਪਿੱਛੇ, ਮੈਂ ਉਹਨਾਂ ਨੂੰ ਜੇ ਮੰਗਵਾਉਣਾ ਹੋਵੇ ਜਾਂ ਮੇਰੀ ਵਾਈਫ ਪਿੱਛੇ ਇਕੱਲੀਆਂ ਤਾਂ ਉਹਨਾਂ ਨੂੰ ਮੰਗਵਾਉਣਾ ਹੋਵੇ, ਉਹ ਚਾਂਸ ਹੋਵੇ, ਉਹ ਤੁਸੀਂ ਦੱਸ ਸਕਦੇ ਹੋ। ਬੱਚੇ ਇੰਡੀਆ ਵਿੱਚ ਆ ਤੁਹਾਡੇ? ਹਾਂਜੀ, ਇੰਡੀਆ 2 ਗੁੱਡੀਆਂ ਜੀ। ਤੇ ਕਿੰਨੇ ਸਾਲ ਦੀਆਂ ਗੁੱਡੀਆਂ? ਗੁੱਡੀ ਇੱਕ ਤਾਂ ਹੈਗੀ ਆ 35 ਦੀ ਆ, ਤੇ ਇੱਕ 29 ਦੀ ਹੈ। ਠੀਕ ਹੈ ਜੀ, ਤੁਸੀਂ ਇੱਧਰ ਲਾਈਨ ਤੇ ਬਣੇ ਰਹੋ ਤੇ ਵਕੀਲ ਸਾਹਿਬ ਤੁਹਾਨੂੰ ਇਸ ਗੱਲ ਦਾ ਜਵਾਬ ਦੇ ਰਹੇ ਨੇ। ਸੁਣੀਏ ਆਪਾਂ ਜੀ। ਓਕੇ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੁਹਾਡਾ, ਥੈਂਕ ਯੂ ਤੁਹਾਡੇ ਸਵਾਲ ਦਾ। ਤੁਸੀਂ ਪੱਕੇ ਆ ਭਾਜੀ ਇੱਥੇ ਇੰਗਲੈਂਡ 'ਚ? ਹਾਂਜੀ, ਮੇਰੇ ਕੋਲ ਬ੍ਰਿਟਿਸ਼ ਪਾਸਪੋਰਟ ਹੈ ਭਾਜੀ। ਮੈਂ 2 ਏਕੜ ਵੀ ਇੰਡੀਆ ਗਿਆ ਹੋਇਆ, 3 ਸਾਲ ਹੋ ਗਏ। ਨੋ, ਵੈਰੀ ਗੁੱਡ ਭਾਜੀ। ਯਾ ਆਈ ਮੀਨ ਤੁਹਾਡੀ ਵਾਈਫ ਜਿਹੜੀ ਹੈਗੀ ਆ ਉਹ ਤਾਂ ਬਹੁਤ ਸੌਖਾ ਆ ਸਕਦੀ ਆ ਸਪਾਊਸ ਵੀਜ਼ੇ ਤੇ। ਹਾਂਜੀ ਹਾਂਜੀ ਜਿਹੜੇ ਹਾਂਜੀ। ਤੁਹਾਡੇ ਮੈਂ ਵੀ ਜਿੱਦਾਂ ਤੁਹਾਡੀ ਇੱਥੇ ਪਹਿਲਾਂ ਮੈਂ ਆਈ ਨੂੰ ਬਹੁਤ ਲੌਂਗ ਟਾਈਮ ਹੋ ਗਿਆ ਸੀਗਾ, ਤੇ ਫਿਰ ਹੁਣ ਮੈਂ ਪੱਕਾ ਹੋ ਗਿਆ। ਜਿੱਦਾਂ ਕਾਨੂੰਨ ਸੀ 16 ਸਾਲ ਦਾ ਪੱਕਾ ਹੋ ਸਕਦਾ, ਤਾਂ ਮੈਨੂੰ ਤਾਂ ਹੋ ਗਏ 17 ਸਾਲ, ਤੇ ਮੈਨੂੰ ਸਿੱਧਾ ਉਨੀ ਬ੍ਰਿਟਿਸ਼ ਪਾਸਪੋਰਟ ਕਰਤਾ ਆਰਡਰ। ਚਲੋ ਵੈਰੀ ਗੁੱਡ, ਬਹੁਤ ਵਧੀਆ ਭਾਜੀ। ਓਕੇ, ਮੇਰੀ ਫਿਰ ਤੁਹਾਡੀ ਬੋਨਮੌਸ ਪੋਸਟਮੌਸ ਮੇਰੀ ਇੰਟਰਵਿਊ ਹੋਈ ਸੀ ਅੱਧਾ ਘੰਟਾ, ਉਹਨਾਂ ਮੈਂ ਕੁਐਸ਼ਨ ਕੀਤੇ। ਉਹ ਫਰਾਈਡੇ ਮੇਰੀ ਅਪੁਆਇੰਟਮੈਂਟ ਸੀ, ਤਾਂ ਮੰਡੇ ਮੈਨੂੰ 8 ਵਜੇ 8:30 ਵਜੇ ਮੇਰੇ ਘਰ ਪਾਸਪੋਰਟ ਆ ਗਏ। ਠੀਕ ਹੈ ਭਾਜੀ। ਓਕੇ, ਆਈ ਮੀਨ ਤੁਹਾਡਾ ਸਵਾਲ ਸੀਗਾ ਤੁਹਾਡੀ ਵਾਈਫ ਤੇ ਬੇਟੀਆਂ ਦਾ, ਹੈ ਨਾ? ਹਾਂਜੀ ਜੈਸ। ਓਕੇ, ਸੋ ਤੁਹਾਡੀ ਵਾਈਫ ਜਿਹੜੀ ਆ ਉਹ ਸਪਾਊਸ ਵੀਜ਼ੇ ਤੇ ਆ ਸਕਦੀ ਹੈ, ਕਿਉਂਕਿ ਹਾਂਜੀ ਤੁਹਾਡੀ ਬੇਟੀਆਂ ਜਿਹੜੀਆਂ ਹੈਗੀ ਨੇ ਉਹ 18 ਸਾਲ ਦੀ ਉਮਰ ਤੋਂ ਉੱਤੇ ਨੇ, ਹਾਂਜੀ ਤਾਂ ਜੀ ਜੀ। ਉਹ ਪੱਕੇ ਤੌਰ ਤੇ ਨਹੀਂ ਆ ਸਕਣਗੀਆਂ, ਪਰ ਘੁੰਮਣ ਫਿਰਨ ਵਾਸਤੇ ਥੋੜੇ ਸਮੇਂ ਵਾਸਤੇ ਉਹ ਆ ਸਕਦੀਆਂ। ਚਲੋ ਆਪਾਂ ਮੈਂ ਸਮਾਨਾ ਫਿਰ ਮੈਂ ਤੁਹਾਡੇ ਕੋਲ ਆ ਕੇ ਜੋ ਸਲਾਹ ਕਰ ਲੂੰਗਾ, ਉੱਦਾਂ ਮੈਂ ਤੁਹਾਡੇ ਨਾਲ ਸਲਾਹ ਲੈ ਲਈ ਆ, ਮੈਨੂੰ ਮਸਲਾ ਹੋ ਗਿਆ ਹੱਲ। ਤੇ ਮੈਂ ਕਿਹਾ ਚਲੋ ਉਹਨਾਂ ਨੂੰ ਇੱਥੇ ਬਾਹਰ ਇੱਕ ਵਾਰੀ ਘੁਮਾ ਤਾਂ ਲਵਾਂ। ਹਾਂਜੀ ਹਾਂਜੀ, ਬਿਲਕੁਲ। ਹਾਂਜੀ, ਮੈਂ ਤਾਂ ਮੈਂ ਸਿੰਗਲ ਰਹਿਣਾ, ਮੈਂ ਆਪਣਾ ਫਲੈਟ ਲਿਆ ਰੈਂਟ ਤੇ ਹੈ, ਮੇਰਾ ਗੌਰਮੈਂਟ ਤੇ ਹੈ। ਮੈਂ ਰਹਿਣਾ ਬਿਮਾਰ ਰਹਿਣਾ ਮੈਂ ਜ਼ਿਆਦਾ, ਮੇਰੀ ਬੈਕ ਦੀ ਪ੍ਰੋਬਲਮ ਹੈ, ਤਾਂ ਮੈਂ ਤਾਂ ਐਵਰੀ 2 ਵੀਕਾਂ ਬਾਅਦ ਹੌਸਪੀਟਲ ਜਾਂਦਾ ਹੈ। ਮੇਰੇ ਪੈਂਕਰੇਸ ਹਾਂਜੀ, ਆ, ਤੁਸੀਂ ਮੇਰੇ ਪੇਟ ਦੇ ਭਾਜੀ ਵਿੱਚ ਮੈਨੂੰ ਇੰਨੀ ਜ਼ਿਆਦਾ ਪ੍ਰੋਬਲਮ ਹੈ, ਤੁਰ ਨਹੀਂ ਸਕਦਾ। ਮੇਰੀ ਲੈਗ ਦੀ ਜ਼ਿਆਦਾ ਪ੍ਰੋਬਲਮ, ਜਦੋਂ ਮੈਂ ਤੁਰਦਾ ਮੇਰੇ ਬੈਕ ਦੀ ਹੋਣ ਲੱਗ ਪੈਂਦੀ ਹੈ, ਅਤੇ ਮੇਰੀ ਲੈਗ ਦੁਖਣ ਲੱਗ ਪੈਂਦੀ ਹੈ। ਭਾਜੀ ਤੁਹਾਡੀ ਵਾਈਫ ਨੂੰ ਆਉਣ ਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ, ਪਰ ਤੁਹਾਡੇ ਬੱਚਿਆਂ ਦੀ ਆਉਣ ਨੂੰ ਪਰੇਸ਼ਾਨੀ ਪੈਣੀ ਹੈ, ਕਿਉਂਕਿ ਉਹਨਾਂ ਦੀ ਉਮਰ ਜ਼ਿਆਦਾ ਹੋ ਗਈ ਹੈ ਹਜੇ। ਉੱਦਾਂ ਤੁਸੀਂ ਹਾਂਜੀ, ਇੱਦਾਂ ਨਹੀਂ ਕਰਿਓ, ਉੱਦਾਂ ਬਾਅਦ ਦੇ ਵਿੱਚ ਸੈਰ ਵਾਸਤੇ ਘੁਮਾ ਸਕਦਾ ਉਹਨੂੰ, ਜਿੱਦਾਂ ਮੈਨੂੰ ਦੇਖਣ ਲਈ। ਉਹ ਘੁੰਮਣ ਵਾਸਤੇ ਉਹ ਬਿਲਕੁਲ ਆ ਸਕਦੀਆਂ ਹੈਗੀਆਂ, ਤੇ ਤੁਸੀਂ ਸਾਨੂੰ ਹਾਂਜੀ। ਆਫਿਸ ਦੇ ਵਿੱਚ ਆ ਕੇ ਮਿਲ ਲਿਓ, ਤੇ ਤੁਹਾਨੂੰ ਪੂਰੀ ਸਲਾਹ ਮਸ਼ਵਰਾ ਕਰ ਸਕਦੇ ਹਾਂ। ਚੱਲ ਮੈਂ ਕੱਲ ਮੈਂ ਤੁਹਾਨੂੰ ਫਿਰ ਦੁਪਹਿਰ ਨੂੰ ਫੋਨ ਕਰੂੰਗਾ, 11:30 12 ਵਜੇ। ਵੀਕਐਂਡ ਆ, ਠੀਕ ਮੈਂ ਹੈ ਤੁਹਾਨੂੰ ਲੇਟ ਨੂੰ ਫੋਨ ਕਰੂੰਗਾ, ਫਿਰ ਆਪਣਾ ਸਲਾਹ ਪ੍ਰੋਪਰਲੀ ਕਰਾਂਗੇ। ਹਾਂਜੀ ਹਾਂਜੀ, ਠੀਕ ਹੈ ਜੀ। ਸਤਿ ਜੀ ਸ਼੍ਰੀ ਅਕਾਲ। ਬਿਲਕੁਲ ਜੀ, Thank you very much. ਬਹੁਤ ਤੁਹਾਡਾ ਧੰਨਵਾਦ ਜੀ ਕਾਲ ਕਰਨ ਦਾ, ਤੇ Thank ਬਹੁਤ you ਹੀ ਜੀ, ਤੁਹਾਡਾ very ਧੰਨਵਾਦ। much. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਵੀਰ, ਫਿਰ ਵੀ ਤੁਸੀਂ ਇਹਨਾਂ ਨੂੰ ਕਾਲ ਕਰਕੇ ਤੁਸੀਂ ਜ਼ਰੂਰ ਪੁੱਛ ਸਕਦੇ ਹੋ। ਬੜੀ ਜਿਹਨੂੰ ਕਹਿੰਦੇ ਨੇ ਵਿਸ਼ਾਲ ਤੌਰ ਤੇ ਤੁਸੀਂ ਖੁੱਲ੍ਹੇ ਤੌਰ ਤੇ ਪੁੱਛ ਸਕਦੇ ਹੋ। ਆਫਿਸ ਵੀ ਆ ਸਕਦੇ ਹੋ ਇਹਨਾਂ ਦੇ, ਬਰਮਿੰਘਮ ਸੋਹੋ ਰੋਡ ਦੇ ਉੱਤੇ ਇਹਨਾਂ ਦਾ ਆਫਿਸ ਹੈ। ਕੋਈ ਲੱਭਣਾ ਮੁਸ਼ਕਲ ਨਹੀਂ ਆ, ਬੜਾ ਲੱਭਣਾ ਸੌਖਾ ਆ। ਇਸ ਕਰਕੇ ਤੁਸੀਂ ਆ ਕੇ ਇਹਨਾਂ ਨਾਲ ਸਲਾਹ ਬਲਾ ਕਰ ਸਕਦੇ ਹੋ। ਜਿਵੇਂ ਵਕੀਲ ਸਾਹਿਬ ਜੀ ਨੇ ਬਿਲਕੁਲ ਸਹੀ ਤੁਹਾਨੂੰ ਜਿਹੜੀ ਗੱਲ ਉਹ ਦੱਸਿਆ। ਕਾਲਰ ਸਾਡਾ ਅੱਗੇ ਜੁੜ ਗਿਆ ਜੀ। ਆਓ ਵੇਖਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਹਾਂਜੀ, ਬਹੁਤ ਤੁਹਾਡਾ ਸਵਾਗਤ ਹੈ ਜੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਨਿੱਘਾ ਸਵਾਗਤ ਹੈ ਜੀ। ਕੀ ਪੁੱਛਣਾ ਚਾਹੋਗੇ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਿੰਦਰ ਹਾਂ ਜੀ। ਮੈਂ 20 ਸਾਲ ਦਾ ਪੁੱਛਣਾ ਸੀ ਵੀ ਜਦੋਂ ਅਪਲਾਈ ਹੋ ਜਾਂਦਾ ਆ ਕੇਸ, ਉਸ ਤੋਂ ਬਾਅਦ ਕਿੰਨਾ ਕੁ ਟਾਈਮ ਇਹ ਲਾਉਂਦੇ ਆ ਜੀ? ਬਸ ਥੈਂਕ ਯੂ। ਤੁਸੀਂ ਪੜ੍ਹਾਈ ਕਰ ਦਿੱਤਾ ਕਿ ਅਜੇ ਕਰਨਾ ਜੀ? ਇਹ ਕੀਤਾ ਹੋਇਆ ਜੀ, ਕੀਤਾ। ਠੀਕ ਹੈ, ਆਪਾਂ ਵਕੀਲ ਸਾਹਿਬ ਤੋਂ ਸੁਣਦੇ ਹਾਂ ਜੀ। ਹਾਂਜੀ, ਗੁਰਜਿੰਦਰ ਸਿੰਘ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਤੁਹਾਡੇ ਕੁਐਸਚਨ ਦਾ। ਨੋਰਮਲੀ ਭਾਜੀ ਇਹਨਾਂ ਦਾ 6 ਮੰਥਸ ਦਾ ਪ੍ਰੋਸੈਸਿੰਗ ਟਾਈਮ ਹੁੰਦਾ ਹੈ। ਇਹ ਕੋਈ ਪੱਥਰ ਦੀ ਲਕੀਰ ਨਹੀਂ ਹੈਗੀ, ਵੈਸੇ ਅੰਦਾਜ਼ੇ ਨਾਲ ਇਹ ਦੱਸ ਰਹੇ ਹੁੰਦੇ ਆ। ਇਹਦੇ ਵਿੱਚ ਇੱਦਾਂ ਹੁੰਦਾ ਕਿਉਂਕਿ ਜਿਹੜੇ ਲੋਕੀ ਕੱਚੇ ਆ ਜਾਂ ਜਿਨ੍ਹਾਂ ਦੇ 20 ਸਾਲ ਦੇ ਹਿਸਾਬ ਨਾਲ ਕੇਸ ਹੈ ਨਾ, ਉਹ ਬਾਹਲੀ ਅਹਿਮੀਅਤ ਨਹੀਂ ਰੱਖਦੇ ਇੱਥੇ ਦੀ ਸਰਕਾਰ ਨੇ। ਜਿਹੜੀ ਪ੍ਰਾਇਓਰਿਟੀ ਲਿਸਟ ਅਗਰ ਆਪਾਂ ਸੋਚੀਏ, ਉਹ ਬਾਟਮ ਆਫ ਪ੍ਰਾਇਓਰਿਟੀ ਹੈ। ਪਹਿਲਾਂ ਤਾਂ ਉਹਨਾਂ ਨੇ ਵੀਜ਼ੇ ਦੇਣੇ ਆ ਜਿਹੜੇ ਲੋਕਾਂ ਨੇ ਇੱਥੇ ਇਨਵੈਸਟਮੈਂਟ ਕਰਨੀ ਆ, ਜਾਂ ਜਿਹਨਾਂ ਨੇ ਕੰਮ ਦੇ ਬੇਸ ਤੇ ਆਉਣਾ, ਜਾਂ ਪੁਆਇੰਟਸ ਬੇਸ ਸਿਸਟਮ ਤੇ ਉਸ ਹਿਸਾਬ ਦੇ।
ਸੋ ਇਹਨਾਂ ਕੇਸਾਂ 'ਚ ਭਾਜੀ ਟਾਈਮ ਲੱਗ ਜਾਂਦਾ ਹੁੰਦਾ ਕਿਉਂਕਿ 20 ਸਾਲ ਦਾ ਪੂਰਾ ਉਹਨਾਂ ਨੇ ਜਾਂਚ ਕਰਨੀ ਹੈ। ਸੋ ਤੁਸੀਂ ਜਿਗਰਾ ਰੱਖੋ, ਆਮ ਸ਼ੋਰ ਜਲਦ ਜਵਾਬ ਆ ਜਾਣਾ ਚਾਹੀਦਾ। ਠੀਕ ਹੈ ਜੀ, ਬਿਲਕੁਲ ਜੀ। ਤੁਸੀਂ ਇਸ ਗੱਲ ਦਾ ਹੌਸਲਾ ਜ਼ਰੂਰ ਰੱਖੋ ਕਿਉਂਕਿ ਟਾਈਮ ਲੱਗ ਜਾਂਦਾ, ਕਰੋਨਾ ਦਾ ਟਾਈਮ ਚੱਲਦਾ, ਤੁਹਾਨੂੰ ਪਤਾ ਕਿ ਟਾਈਮ ਮੱਲੋ ਮੱਲੀ ਲੱਗ ਜਾਂਦਾ ਜੀ। ਕਾਲ ਜ਼ਰੂਰ ਸਾਨੂੰ ਕਰੋ ਜੀ। ਦੇਖਦੇ ਹਾਂ ਸਾਡੇ ਨਾਲ ਅਗਲੇ ਕਾਲ ਦਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ, ਸਤਿ ਸ੍ਰੀ ਅਕਾਲ ਭਾਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਸਵਾਗਤ ਹੈ ਤੁਹਾਡਾ ਜੀ। ਕੀ ਪੁੱਛਣਾ ਚਾਹੋਗੇ ਜੀ? ਹਾਂਜੀ, ਸਵਾਲ ਇਹ ਹੈ ਭਾਜੀ, ਕੁੜੀ ਇੱਥੇ ਆਈਓ ਆ, ਸਟੂਡੈਂਟ ਆਈਓ ਆ, ਤੇ ਉਹਦੇ ਗਾਹਾਂ ਬੇਬੀ ਵੀ ਆ ਤੇ ਕੱਚੇ ਮੁੰਡੇ ਦਾ ਵਿਆਹ ਹੋਇਆ, ਤੇ ਉਹ ਘਰ ਲੈ ਸਕਦੇ ਆਪਣਾ? ਜੀ ਤੁਸੀਂ ਲਾਈਨ ਤੇ ਬਣੇ ਰਹੋ, ਵਕੀਲ ਸਾਹਿਬ ਤੋਂ ਆਪਾਂ ਪੁੱਛੀਏ। ਹਾਂਜੀ, ਗੁਰਜਿੰਦਰ ਸਿੰਘ ਜੀ। ਹਾਂਜੀ ਭਾਜੀ, ਹਾਂਜੀ ਘਰ ਲੈਣ ਨੂੰ ਤਾਂ ਉਹ ਲੈ ਸਕਦੇ ਨੇ, ਪਰ ਆਈ ਥਿੰਕ ਇਸ਼ੂ ਉੱਥੇ ਹੋਣਾ ਜੇ ਉਹ ਮੋਰਗੇਜ ਲੈਣ ਦੀ ਕਰਨਗੇ। ਸੋ ਉਹ ਉਹਨਾਂ ਨੂੰ ਫਿਰ ਮੋਰਗੇਜ ਪ੍ਰੋਵਾਈਡਰ ਨਾਲ ਗੱਲ ਕਰਨੀ ਚਾਹੀਦੀ ਹੈ। ਅਸੀਂ ਮੋਰਗੇਜ ਐਡਵਾਈਸ ਨਹੀਂ ਦੇ ਸਕਦੇ। ਤਾਂ ਆਈ ਡੋਂਟ ਥਿੰਕ, ਕਿਉਂਕਿ ਉਹਨਾਂ ਦੀ ਇੱਥੇ ਇੰਗਲੈਂਡ 'ਚ ਸਟੇਟਸ ਨਹੀਂ ਹੈਗੀ, ਪੱਕੇ ਨਹੀਂ ਹੈਗੇ ਵੀ ਉਹਨਾਂ ਨੂੰ ਮੋਰਗੇਜ ਮਿਲੇਗੀ। ਬਟ ਕੈਸ਼ ਉਹ ਆਪਣਾ ਜ਼ਰੂਰ ਕੈਸ਼ ਕਰ ਸਕਦੇ। ਹਾਂਜੀ, ਠੀਕ ਹੈ, ਥੈਂਕ ਯੂ ਭਾਈ। ਥੈਂਕ ਯੂ ਜੀ। ਜੀ ਬਿਲਕੁਲ ਜੀ, ਜਿਵੇਂ ਤੁਹਾਨੂੰ ਦੱਸਿਆ ਸਾਡੇ ਵਕੀਲ ਸਾਹਿਬ ਨੇ ਕਿ ਮੋਰਗੇਜ ਜਿਹੜੀ ਹੈ ਨਾ, ਉਹ ਕਿਉਂਕਿ ਉਹਨਾਂ ਦੇ ਕੋਲ ਡਾਕੂਮੈਂਟਸ ਜਿਹੜੇ ਲੋੜੀਂਦੇ ਉਹ ਨਹੀਂ ਹੋਣਗੇ, ਇਸ ਕਰਕੇ ਮੋਰਗੇਜ ਹੋ ਸਕਦਾ ਕਿ ਨਾ ਮਿਲੇ। ਤੁਸੀਂ ਕੈਸ਼ ਜ਼ਰੂਰ ਲੈ ਸਕਦੇ ਹੋ, ਜੇ ਤੁਹਾਡੇ ਕੋਲ ਕੈਸ਼ ਹੈਗਾ ਤੇ ਕੈਸ਼ ਤੁਸੀਂ ਕਰ ਲੈ ਸਕਦੇ ਆ। ਮੋਰਗੇਜ ਦੀ ਜਿਹੜੀ ਤੁਹਾਨੂੰ ਪ੍ਰੋਬਲਮ ਪੈ ਸਕਦੀ ਹੈ। ਸੋ ਆਓ ਕਾਲ ਸਾਨੂੰ ਕਰੋ ਜੀ। ਇਸ ਤਰ੍ਹਾਂ ਦੇ ਤੁਹਾਡੇ ਵੀ ਸਵਾਲ ਜਿਹੜੇ ਨੇ ਉਹਨਾਂ ਦੇ ਵੀ ਹੱਲ ਹੋ ਜਾਣ। ਕਈ ਵਾਰੀ ਬੜੇ ਤਰ੍ਹਾਂ ਦੇ ਸਵਾਲ ਜਿਹੜੇ ਲਟਕਦੇ ਹੁੰਦੇ ਆ ਤੇ ਆਪਾਂ ਪੁੱਛ ਨਹੀਂ ਸਕਦੇ ਕਿੱਥੇ ਜਾਈਏ, ਕੀ ਕਰੀਏ। ਵਕੀਲਾਂ ਦੇ ਵੀ ਖਰਚੇ ਹੁੰਦੇ ਨੇ। ਕਾਲਰ ਸਾਹਿਬ ਜੁੜ ਗਏ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਬਹੁਤ ਤੁਹਾਡਾ ਨਿੱਘਾ ਸਵਾਗਤ ਹੈ ਜੀ। ਕੀ ਸਵਾਲ ਪੁੱਛਣਾ ਚਾਹੋਗੇ ਜੀ? ਭਾਜੀ, ਟੈਲੀ ਦੀ ਆਵਾਜ਼ ਤੁਸੀਂ ਬਿਲਕੁਲ ਬੰਦ ਕਰ ਦਿਓ। ਹੈਲੋ ਜੀ, ਸਤਿ ਸ੍ਰੀ ਅਕਾਲ ਭਾਈ। ਖਾਲਸਾ ਭਾਈ, ਫਤਿਹ ਜੀ। ਹਾਂਜੀ, ਵਾਹਿਗੁਰੂ ਜੀ। ਕੀ ਪੁੱਛਣਾ ਚਾਹੋਗੇ ਜੀ? ਮੇਰਾ ਸਵਾਲ ਹੈ ਜੀ, ਮੇਰਾ ਦੋਸਤ ਇੱਥੇ 15 ਸਾਲ ਤੋਂ ਰਹਿ ਰਿਹਾ ਜੀ। ਠੀਕ ਹੈ। ਉਹ ਵਾਪਸ ਜਾਣਾ ਚਾਹੁੰਦਾ ਆਪਣੇ ਮੁਲਕ। ਉਹਦੀ ਸਿਹਤ ਨਹੀਂ ਠੀਕ, ਉਹਦੀ ਜਾਣ 'ਚ ਕੋਈ ਉਹਦੀ ਗਵਰਨਮੈਂਟ ਹੈਲਪ ਕਰ ਸਕਦੀ ਜੀ? ਤੁਸੀਂ ਆਪਣਾ ਸਵਾਲ ਦੁਬਾਰਾ। ਹਾਂਜੀ, ਹੈਲੋ, ਇੱਕ ਵਾਰ ਦੁਬਾਰਾ ਸਵਾਲ ਕਰ ਦਿਓਗੇ ਆਪਣਾ ਜੀ? ਹਾਂਜੀ, ਦੁਬਾਰਾ ਸਵਾਲ ਕਰੋਗੇ? ਕੀ ਸਵਾਲ ਦੁਬਾਰਾ ਜੀ? ਹਾਂਜੀ। ਮੇਰਾ ਦੋਸਤ ਇੱਥੇ ਰਹਿ ਰਿਹਾ 15 ਸਾਲ ਤੋਂ, ਇੰਗਲੈਂਡ ਦੇ ਵਿੱਚ। ਹਾਂਜੀ। ਠੀਕ। ਉਹਦੀ ਸਿਹਤ ਠੀਕ ਨਹੀਂ, ਉਹ ਵਾਪਸ ਆਪਣੇ ਜਾਣਾ ਚਾਹੁੰਦਾ ਇੰਡੀਆ ਜੀ। ਉਹ ਚਾਹੁੰਦਾ ਕੋਈ ਮੇਰੀ ਗਵਰਨਮੈਂਟ ਹੈਲਪ ਕਰੂਗੀ, ਜਾਂ ਮੈਨੂੰ ਕੁਝ ਮਿਲ ਸਕਦਾ, ਜਾਂ ਦੇ ਸਕਦੇ। ਮੈਨੂੰ ਕੋਲ ਕੁਛ ਨਹੀਂ ਜੀ, ਕੋਈ ਨਹੀਂ, ਤੁਸੀਂ ਲਾਈਨ ਤੇ ਇਸੇ ਤਰ੍ਹਾਂ ਬਣੇ ਰਹੋ। ਵਕੀਲ ਸਾਹਿਬ ਤੋਂ ਆਪਾਂ ਪੁੱਛਦੇ ਹਾਂ ਜੀ। ਗੁਰਜਿੰਦਰ ਸਿੰਘ ਜੀ। ਹਾਂਜੀ, ਹਾਂਜੀ ਬਿਲਕੁਲ। ਜੇ ਤੁਸੀਂ ਵਾਪਸ ਆਪਣੇ ਮੁਲਕ ਜਾਣਾ ਚਾਹੁੰਦੇ ਆ ਤਾਂ ਇੱਥੇ ਦੀ ਸਰਕਾਰ ਜਿਹੜੀ ਹੈਗੀ ਆ, ਵੋਲੰਟਰੀ ਰਿਟਰਨਸ ਦਾ ਜਿਹੜਾ ਹੈਗਾ ਇਹਨਾਂ ਦਾ ਇੱਕ ਡਿਪਾਰਟਮੈਂਟ ਹੁੰਦਾ। ਤੁਸੀਂ ਇਸ ਤਰ੍ਹਾਂ ਕਰ ਸਕਦੇ ਆ। ਮੇਰਾ ਮੋਬਾਈਲ ਨੰਬਰ ਹੈਗਾ ਸਕਰੀਨ ਦੇ ਉੱਤੇ। ਤੁਸੀਂ ਭਾਵੇਂ ਸ਼ੋਅ ਤੋਂ ਬਾਅਦ ਜਾਂ ਕੱਲ੍ਹ ਨੂੰ ਕਿਸੇ ਦਿਨ ਕਰ ਲਿਓ ਫੋਨ, ਮੈਂ ਤੁਹਾਨੂੰ ਉਹਨਾਂ ਦਾ ਨੰਬਰ ਦੇ ਦਾਂਗਾ। ਤੁਸੀਂ ਉਹਨਾਂ ਨੂੰ ਫੋਨ ਕਰ ਲਿਓ। ਐਂਡ ਆਈ ਥਿੰਕ ਉਹ ਥੋੜੀ ਬਾਲੇ ਰਕਮ ਵੀ ਦੇ ਦਿੰਦੇ ਹੁੰਦੇ ਆ। ਹਾਂਜੀ, ਓਕੇ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਤੁਹਾਡਾ ਮੋਬਾਈਲ ਨੰਬਰ ਲੈ ਕੇ ਤੇ ਫਿਰ ਤੁਹਾਡੇ ਨਾਲ ਮੈਂ ਕੰਟੈਕਟ ਕਰ। ਥੈਂਕ ਯੂ ਜੀ। ਹਾਂਜੀ, ਤੁਸੀਂ ਮੋਬਾਈਲ ਨੰਬਰ ਇਹਨਾਂ ਦਾ ਸਕਰੀਨ ਦੇ ਉੱਤੇ ਵੇਖ ਰਹੇ ਆ ਜੀ, ਉਹ ਤੁਸੀਂ ਨੋਟ ਕਰ ਲਓ। ਨੋਟ ਕਰਨ ਤੋਂ ਬਾਅਦ ਇਹਨਾਂ ਨੂੰ ਤੁਸੀਂ ਕੱਲ ਵੀ ਕਾਲ ਕਰ ਸਕਦੇ ਹੋ, ਪਰਸੋਂ ਕਾਲ ਕਰ ਸਕਦੇ ਹੋ, ਜਦੋਂ ਮਰਜ਼ੀ ਕਾਲ ਕਰ ਲਿਓ ਜੀ। ਤੇ ਬਿਲਕੁਲ ਉਹ ਜਿਵੇਂ ਵਕੀਲ ਸਾਹਿਬ ਨੇ ਦੱਸਿਆ ਵੀ ਉਹ ਕੁਝ ਰਕਮ ਵੀ ਦਿੰਦੇ ਹੁੰਦੇ ਆ ਤੇ ਜਾਣ ਦਾ ਖਰਚਾ ਵੀ ਇੱਥੋਂ ਦੀ ਸਰਕਾਰ ਕਰ ਦਿੰਦੀ ਆ। ਤੇ ਤੁਸੀਂ ਜ਼ਰੂਰ ਵਕੀਲ ਸਾਹਿਬ ਦੇ ਨਾਲ ਕੰਟੈਕਟ ਜ਼ਰੂਰ ਕਰਿਓ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮਚ। ਥੈਂਕ ਯੂ। ਓਕੇ ਜੀ। ਹਾਂਜੀ, ਗੁਰਜਿੰਦਰ ਸਿੰਘ ਜੀ ਦਾ ਆਪਾਂ ਗੱਲ ਕਰ ਰਹੇ ਸੀਗੇ ਤੇ ਜਿਹੜਾ ਕਾਨੂੰਨ ਦੇ ਵਿੱਚ ਹੋਰ ਕੋਈ ਚੇਂਜਸ ਜਿਹੜੀਆਂ ਇੱਥੇ ਦੀਆਂ ਆਈਆਂ ਨੇ, ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰ ਰਹੇ ਸੀ ਨਾਲ। ਤੇ ਤੁਸੀਂ ਸਾਡੇ ਪਿਆਰੇ ਦਰਸ਼ਕਾਂ ਨੂੰ ਇਹ ਗੱਲ ਜਿਵੇਂ ਦੱਸੀ ਆ ਕਿ 18 ਸਾਲ ਤੋਂ ਲੈ ਕੇ 30 ਸਾਲ ਤੱਕ ਆ ਸਕਦੇ ਨੇ, ਪਰ ਉਹਦੇ ਕੋਲ ਕੀ ਕੋਈ ਕੁਆਲੀਫਿਕੇਸ਼ਨ ਜਾਂ ਕੋਈ
ਸਕਿੱਲਡ ਵਰਕਰ ਹੋਣਾ ਚਾਹੀਦਾ, ਜਾਂ ਕਿ ਕੀ ਰਿਕੁਆਇਰਮੈਂਟਸ ਜਿਹੜੀਆਂ ਉਹਦੀਆਂ, ਜਾਂ ਕਿ ਉਹ ਉਦਾਂ ਹੀ ਆ ਸਕਦਾ ਹੈ? ਡਿਗਰੀ ਕੀਤੀ ਹੋਵੇ ਜਾਂ ਡਿਪਲੋਮਾ ਹੋਵੇ ਜਾਂ ਇਸ ਦੇ ਮਿਲਦੀ ਜੁਲਦੀ ਜਾਂ ਆਸ-ਪਾਸ ਦੀ ਉਹਦੀ ਪੜ੍ਹਾਈ ਹੋਵੇ, ਸੋ +2 ਕੀਤੀ ਹੋਵੇ ਜਾਂ ਕੁਛ ਵੀ, ਉਹ ਆ ਸਕਦਾ ਜਾਂ ਆ ਸਕਦੀ ਨੇ। ਐਂਡ ਇੰਗਲਿਸ਼ ਦੀ ਕੋਈ ਬਾਹਲੀ ਰਿਕੁਆਇਰਮੈਂਟ ਨਹੀਂ ਹਜੇ ਦੱਸੀ ਉਹਨਾਂ ਨੇ, ਬਸ ਇੰਨਾ ਕੁ ਜ਼ਰੂਰ ਕਿਹਾ ਹੈ ਵੀ ਬੇਸਿਕ ਆਪਣੀ ਗੱਲਬਾਤ ਉਹ ਕਰ ਸਕਣ। 2600 ਪਾਉਂਡ ਉਹਨਾਂ ਨੂੰ ਆਪਣੇ ਅਕਾਊਂਟ 'ਚ ਰਕਮ ਦਿਖਾਉਣੀ ਪਏਗੀ, ਤਾਂ 2 ਸਾਲ ਲਈ ਉਹ ਕਿਤੇ ਵੀ ਆ ਕੇ ਇੱਥੇ ਇੰਗਲੈਂਡ 'ਚ ਉਹ ਕੰਮ ਕਰ ਸਕਦੇ ਨੇ। ਹਾਂਜੀ, ਤੇ ਜਿਹੜਾ ਗੁਰਜਿੰਦਰ ਸਿੰਘ ਜੀ, ਇਹਦੇ ਵਿੱਚ ਥੋੜਾ ਜਿਹਾ ਭੁਲੇਖਾ ਸਾਡੇ ਦਰਸ਼ਕਾਂ ਦਾ ਇਹ ਕੱਢੋ ਜ਼ਰੂਰ, ਵੀ ਉਹਨਾਂ ਨੂੰ ਕੋਈ ਵਰਕ ਪਰਮਿਟ ਦੀ ਲੋੜ ਆ, ਜਾਂ ਕਿ ਉਹ ਸਿੱਧੇ ਐਮਬੈਸੀ ਵਿੱਚ ਜਾਣ ਤੇ ਵੀਜ਼ਾ ਉਹ ਲੈ ਸਕਦੇ ਆ, ਜਾਂ ਕੋਈ ਉਹਨਾਂ ਨੂੰ ਸਪਾਂਸਰ ਕਰੇ ਤਾਂ ਉਹ ਐਮਬੈਸੀ ਵਿੱਚ ਜਾ ਸਕਦੇ ਆ? ਇਹ ਸਾਡੇ ਦਰਸ਼ਕਾਂ ਦਾ ਭੁਲੇਖਾ ਜ਼ਰੂਰ ਕਰ ਦਿਓ ਜੀ। ਸਪਾਂਸਰਸ਼ਿਪ ਦਾ ਰੂਟ ਜਿਹੜਾ ਹੈਗਾ ਉਹ ਵੱਖਰਾ ਆ, ਰਾਈਟ। ਇਸ ਰੂਟ ਦੇ ਵਿੱਚ ਜਿਹੜੇ 18 ਸਾਲ ਦੇ 30 ਸਾਲ ਦੇ ਵਿੱਚ ਆ, ਇਹਦੇ ਵਿੱਚ ਕੋਈ ਸਪਾਂਸਰਸ਼ਿਪ ਨਹੀਂ ਹੈਗੀ। ਪਰ ਉਹਨਾਂ ਨੇ ਨੰਬਰ ਜ਼ਰੂਰ ਰੱਖਿਆ ਹੈ 3000 ਬੰਦਿਆਂ ਦਾ ਪੂਰੇ ਇੰਡੀਆ 'ਚ ਉਹਨਾਂ ਨੇ 1 ਸਾਲ ਦੇ ਵਿੱਚ ਵੀਜ਼ਾ ਇਸ਼ੂ ਕਰਨੇ ਆ। ਸੋ ਆਈ ਥਿੰਕ ਪਹਿਲੇ ਮਹੀਨੇ 'ਚ ਇਹਨਾਂ ਦਾ 3000 ਕੋਟਾ ਪੂਰਾ ਹੋ ਜਾਣਾ। ਸੋ ਜੇ ਤੁਹਾਡੇ ਕੋਈ ਰਿਸ਼ਤੇਦਾਰ ਕਾਲ ਲੈ ਲਈਏ ਗੁਰਜਿੰਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਬਹੁਤ ਤੁਹਾਡਾ ਸਵਾਗਤ ਹੈ ਜੀ। ਕੀ ਪੁੱਛਣਾ ਚਾਹੋਗੇ ਜੀ? ਹਾਂਜੀ, ਅਸੀਂ ਜੀ ਕੈਂਟ ਤੋਂ ਬੋਲਦੇ ਹਾਂ ਜੀ। ਹਾਂਜੀ, ਉਹ ਮੁੰਡਾ ਹੈ, ਉਹਨੇ ਆਇਲਟ ਕਰ ਲਿਓ, ਆਇਲਟ ਕੀਤੀ ਉਹਨੂੰ 6 ਬੈਂਡ ਆਏ ਹੋ ਜਿੱਦਾਂ ਨਾ। ਹਾਂਜੀ ਹਾਂਜੀ, ਤਾਂ ਉਹ ਨਾ ਉਹਨੂੰ ਕੈਨੇਡਾ ਦਾ ਅਪਲਾਈ ਕੀਤਾ ਸੀਗਾ, ਉਹਨੂੰ ਵੀਜ਼ਾ ਨਹੀਂ ਮਿਲਿਆ, ਉਹ ਫਿਰ ਇੰਗਲੈਂਡ ਦਾ ਟਰਾਈ ਕਰ ਸਕਦਾ? ਹਾਂਜੀ, ਬਿਲਕੁਲ ਕਰ ਸਕਦਾ। ਹਾਂਜੀ, ਬਿਲਕੁਲ ਕਰ ਸਕਦਾ। ਵੀਜ਼ਾ ਲੱਗ ਜਾਊਗਾ? ਹਾਂਜੀ, ਇਹ ਡਿਪੈਂਡ ਕਰਦਾ ਭੈਣ ਜੀ ਵੀ ਉਹਨੇ ਅਪਲਾਈ ਕਿਹੜੇ ਬੇਸ ਤੇ ਕਰਨਾ। ਜੇ ਉਹਦੀ ਇੰਗਲਿਸ਼ ਠੀਕ ਆ, ਪੜ੍ਹਾਈ ਕਰਨ ਆ ਸਕਦਾ, ਜਾਂ ਇੱਥੇ ਕੰਮ ਕਰਨ ਦੇ ਬੇਸਿਸ ਤੇ ਆ ਸਕਦਾ। ਹਾਂਜੀ, ਪੜ੍ਹਾਈ ਕਰਨ ਦੇ ਬੇਸ ਤੇ ਆਉਣਾ ਉਹਨੇ, ਕਿਉਂਕਿ 6 ਬੈਂਡ ਤਾਂ ਉਹਨੂੰ ਮਿਲੇ ਹੋ 6। ਹਾਂਜੀ ਹਾਂਜੀ, ਬਿਲਕੁਲ। ਸੋ ਇਹ ਦੇਖਣਾ ਪਏਗਾ ਵੀ ਕੈਨੇਡਾ ਵਾਲਿਆਂ ਨੇ ਕਿਉਂ ਰਿਜੈਕਟ ਕਰ ਦਿੱਤਾ। ਵੈਸੇ ਇੰਗਲੈਂਡ ਆਉਣ ਲਈ ਉਹ ਕੋਈ ਮਾਇਨੇ ਨਹੀਂ ਰੱਖਦਾ, ਉਹ ਫਿਰ ਵੀ ਇੰਗਲੈਂਡ ਦਾ ਅਪਲਾਈ ਕਰ ਸਕਦੇ ਨੇ। ਕਰ ਸਕਦਾ ਅਪਲਾਈ? ਅੱਛਾ ਜੀ, ਥੈਂਕ ਯੂ ਜੀ। ਹੈ ਓਕੇ ਭਾਜੀ, ਥੈਂਕ ਯੂ ਜੀ ਤੁਹਾਡੇ ਬਹੁਤ ਬਹੁਤ ਓਕੇ ਜੀ ਭੈਣ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਕਾਲ ਕਰਨ ਦਾ। ਆਫਲਾਈਨ ਕਰ ਸਕਦੇ ਤੁਹਾਨੂੰ ਫੋਨ? ਜਿਵੇਂ ਸਾਡੇ ਵਕੀਲ ਸਾਹਿਬ ਜੀ ਨੇ ਇੱਕ ਹੋਰ ਗੱਲ ਵੀ ਦੱਸੀ ਹੈ ਭੈਣ ਜੀ, ਵੀ 18 ਸਾਲ ਤੋਂ 30 ਸਾਲ ਦੀ ਅਗਰ ਉਮਰ ਆ ਤੇ ਫਿਰ ਵੀ ਆ ਸਕਦਾ ਇੰਗਲੈਂਡ, ਇੱਥੇ ਆ ਸਕਦਾ ਆ। ਅੱਛਾ ਜੀ। ਹਾਂ, ਉਹਨੂੰ ਕੋਈ ਰਿਕੁਆਇਰਮੈਂਟ ਦੀ ਲੋੜ ਨਹੀਂ ਹੈਗੀ। ਜਿਵੇਂ ਵਕੀਲ ਸਾਹਿਬ ਦੀ ਕੀ ਉਹਨੂੰ ਲੋੜ ਆ, ਜੇ ਉਹਨੇ ਜਾਵੇ ਤੇ 3000 ਬੰਦੇ ਦੇ ਵਿੱਚ ਉਹਦਾ ਅਗਰ ਨੰਬਰ ਆ ਜਾਏ ਤੇ ਕੀ ਉਹਨੂੰ ਲੋੜ ਪੈਗੀ ਫਿਰ? ਸੀ ਦੇਖੋ ਜੀ, ਇਹ ਤਾਂ ਗੱਲ ਹੋਣੀ ਆ। ਹੁਣ ਜਿੱਦਾਂ ਆਪਾਂ ਇਮੈਜਿਨ ਕਰਦੇ ਹਾਂ ਵੀ ਅਸੀਂ ਹੋਮ ਆਫਿਸ ਦੇ ਆਫਿਸ 'ਚ ਬੈਠੇ ਹਾਂ, ਸਾਡੇ ਮੂਹਰੇ 10 ਫਾਈਲਾਂ ਹੈਗੀਆਂ, ਸੋ ਆਪਾਂ ਵੀਜ਼ਾ ਜਿਹੜਾ ਹੈਗਾ ਇੱਕ ਜਾਣੇ ਨੂੰ ਦੇ ਸਕਦੇ ਹਾਂ ਉਹਨਾਂ 'ਚੋਂ। ਸੋ ਜ਼ਾਹਿਰ ਸੀ ਗੱਲ ਹੈ ਵੀ ਜਿੰਨਾ ਹੀ ਤੁਹਾਡੀ ਪ੍ਰੋਫਾਈਲ ਜਾਂ ਜਿਹੜੀ ਵੀ ਤੁਹਾਡੀ ਪੜ੍ਹਾਈ ਆ ਉਹ ਜਿੰਨੀ ਵਧੀਆ ਹੋਵੇਗੀ, ਉਨਾ ਹੀ ਤੁਹਾਡਾ ਫਿਰ ਐਡਵਾਂਟੇਜ ਆ ਅਗਲੇ ਤੋਂ। ਹਾਂਜੀ ਹਾਂਜੀ, ਅੱਛਾ, 19 ਸਾਲਾਂ ਦਾ? 19 ਸਾਲਾਂ ਦਾ ਹੈ? ਠੀਕ ਹੈ ਭੈਣ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਾਲ ਕਰਨ ਦਾ ਜੀ ਸਾਨੂੰ। ਅੱਛਾ ਜੀ, ਓਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੇ ਦਰਸ਼ਕੋ, ਕਾਲ ਤੁਸੀਂ ਵੀ ਕਰੋ ਅਗਰ ਤੁਹਾਡੇ ਕੋਲ ਕੋਈ ਸਵਾਲ ਹੈ। ਹੈਲੋ ਜੀ। ਹਾਂਜੀ, ਤੁਹਾਡਾ ਸਵਾਲ ਦੱਸ ਦਿੱਤਾ ਗਿਆ, ਤੁਸੀਂ ਆਪਣੇ ਕਾਲ ਕਰ ਸਕਦੇ ਆ ਜੀ। ਅੱਛਾ ਜੀ, ਅੱਛਾ ਜੀ, ਓਕੇ ਜੀ, ਬਹੁਤ ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਜਿਵੇਂ ਗੱਲ ਕਰ ਰਹੇ ਸਨ ਸਾਡੇ ਵਕੀਲ ਸਾਹਿਬ ਜੀ, ਕੋਈ 18 ਸਾਲ ਤੋਂ ਲੈ ਕੇ 30 ਸਾਲ ਤੱਕ ਇਹ ਜਿਹੜੀਆਂ ਨਵੀਆਂ ਚੇਂਜਸ ਆਈਆਂ ਨੇ, ਧਿਆਨ ਨਾਲ ਆਪਾਂ ਫਿਰ ਸੁਣ ਲਈਏ ਜੀ, ਕਿ 18 ਸਾਲ ਤੋਂ ਲੈ ਕੇ 30 ਸਾਲ ਤੱਕ ਜਿਹੜੇ ਨੌਜਵਾਨ ਨੇ ਇੱਥੇ ਕੰਮ ਕਰਨ ਵਾਸਤੇ ਆ ਸਕਦੇ ਨੇ, ਪਰ ਉਹਨਾਂ ਦਾ ਕੋਟਾ ਜਿਹੜਾ ਹੈਗਾ ਉਹ 3000 ਜਿਹੜਾ ਮੁੰਡਾ ਉਹ 18 ਸਾਲ ਤੋਂ 30 ਸਾਲ ਦੇ ਵਿੱਚ ਉਹ ਵੀਜ਼ਾ ਇਹ ਦੇਣਗੇ। ਔਰ ਦੂਜੀ ਜਿਹੜੀ ਖਬਰ ਸਾਨੂੰ ਸਾਡੇ ਵਕੀਲ ਸਾਹਿਬ ਜੀ ਨੇ ਦੱਸੀ ਆ, ਉਹ ਖਬਰ ਇਹ ਆ ਕਿ ਜਿਹੜੇ ਕੱਚੇ ਬੰਦੇ ਆ ਉਹਨਾਂ ਨੂੰ ਵਾਪਸ ਭੇਜਣ ਦਾ ਜੋ ਇੰਡੀਆ ਗਵਰਨਮੈਂਟ ਦੇ ਨਾਲ ਕੋਈ ਇਹਨਾਂ ਦੀ ਟ੍ਰੀਟੀ ਜਾਂ ਕੋਈ ਐਗਰੀਮੈਂਟ ਹੋਇਆ ਵਾ, ਉਹ ਸਾਈਨ ਹੋ ਚੁੱਕਾ ਆ। ਹੁਣ ਸੌਖੇ ਤਰੀਕੇ ਨਾਲ ਉਹਨਾਂ ਨੂੰ ਜੇ ਅਗਰ ਉਹ ਫੜੇ ਜਾਂਦੇ ਆ ਤੇ ਉਹਨਾਂ ਨੂੰ ਵਾਪਸ ਭੇਜ ਸਕਦੇ ਆ ਜੀ। ਮੈਨੂੰ ਲੱਗਦਾ ਕਿ ਕਾਲਰ ਸਾਡੇ ਨਾਲ ਜੁੜੇ ਨੇ। ਹਾਂਜੀ, ਹੈਲੋ।
ਮੈਨੂੰ ਲੱਗਦਾ ਕਾਲ ਡ੍ਰੌਪ ਹੋ ਗਈ ਹੈ ਜੀ। ਕੋਈ ਨਾ, ਤੁਸੀਂ ਕੋਸ਼ਿਸ਼ ਜ਼ਰੂਰ ਕਰੋ ਜੀ। ਤੁਸੀਂ ਦੁਬਾਰਾ ਫਿਰ ਕਾਲ ਕਰਕੇ ਆਪਣਾ ਸਵਾਲ ਤੁਸੀਂ ਜ਼ਰੂਰ ਸਾਨੂੰ ਪੁੱਛ ਸਕਦੇ ਆ ਜੀ। ਤੇ ਆਪਣੇ ਕੇਵਲ ਸਿੰਘ ਜੀ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ 3000 ਜਿਹੜਾ ਵੀਜ਼ਾ ਜਿਵੇਂ ਗੁਰਜਿੰਦਰ ਸਿੰਘ ਜੀ ਕਹਿ ਰਹੇ ਸਨ ਵੀ ਇੱਥੋਂ ਦੀ ਸਰਕਾਰ ਨੇ ਉਹ ਇਸ਼ੂ ਕਰਨਾ ਵਾ, ਲੇਕਿਨ ਉੱਥੇ ਤੇ ਮੇਰੇ ਖਿਆਲ ਨਾਲ ਕਿ 3 ਲੱਖ ਤੋਂ ਵੀ ਉੱਤੇ ਆ ਸਕਦਾ। ਤੁਸੀਂ ਜੀ ਮੇਰੀ ਮੂੰਹ ਦੀ ਗੱਲ ਸਮਝ ਲਈ ਕਿ ਮੈਂ ਵੀ ਇੰਨਾ ਹੀ ਫਿਗਰ ਕਹਿਣਾ ਚਾਹੁੰਦਾ ਸੀਗਾ। 3 ਲੱਖ ਦੇ ਵਿੱਚ ਸਾਡੇ ਬੰਦਿਆਂ ਦੇ ਅਪਲਾਈ ਕਰਨ ਲਈ ਤਾਂ ਬਹੁਤ ਇਹ ਥੋੜਾ ਹੈਗਾ, ਪਰ ਫਿਰ ਵੀ ਕੁਛ ਨਾ ਕੁਛ ਤਾਂ ਹੈ ਨਾ, ਯਾਨੀ ਕਿ ਕੁਛ ਤਾਂ ਸਾਡੇ ਭੈਣ ਭਾਈ ਜਾਂ ਬੱਚੇ ਸਾਡੇ ਇਹਦੇ ਵਿੱਚੋਂ ਬੈਨੀਫਿਟ ਉਠਾ ਸਕਦੇ ਹੈ ਜੀ। ਔਰ ਉਹਦੇ ਵਿੱਚ ਜ਼ਾਹਿਰ ਹੈ ਕਿ ਇਹਨਾਂ ਨੇ ਇਹ ਦੇਖਣਾ ਕਿ ਵੀ ਜਿਹੜੇ ਵਧੀਆ ਤੋਂ ਵਧੀਆ ਉਸ ਕਾਬਲ ਹੋਣ, ਇਹਨਾਂ ਦੇ ਮੁਲਕ ਦੇ ਵਿੱਚ ਆ ਕੇ ਸੈਟਲ ਹੋਣ, ਜਿਹੜਾ ਇਹਨਾਂ ਨੂੰ ਵੀ ਬੈਨੀਫਿਟ ਹੋਵੇ 2 ਸਾਲ ਦੇ ਵਿੱਚ, ਔਰ ਉਸ ਬੰਦੇ ਨੂੰ ਵੀ ਬੈਨੀਫਿਟ ਹੋਵੇ ਹੈ ਜੀ। ਤੇ ਨਾਲੇ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਇਹ ਤੋਂ ਅਲੱਗ ਕਿ ਜਿਹੜੀ ਅਸੀਂ ਪਹਿਲਾਂ ਕਿਹਾ ਕਿ ਬਈ ਜਿਹੜਾ ਗਾਂਹ ਇਹਨਾਂ ਨੇ ਇੰਡੀਆ ਜਾਣ ਨੂੰ ਥੋੜ੍ਹਾ ਜਿਹਾ ਇੰਡੀਆ ਗੌਰਮੈਂਟ ਨੇ ਇਹਨਾਂ ਦੀ ਮਦਦ ਕਰਨੀ ਆ ਕਿ ਵੀ ਇੱਥੋਂ ਬੰਦੇ ਸੌਖੇ ਜਾਣ। ਜਿਹੜੇ ਸਾਡੇ ਭੈਣਾਂ ਭਰਾਵਾਂ ਨੂੰ 15 ਸਾਲ ਹੋ ਗਏ ਜਾਂ 18 ਸਾਲ ਹੋ ਗਏ, ਜ਼ਰੂਰੀ ਨਾ 20 ਸਾਲ ਦੀ ਵੇਟ ਕਰਨ, ਕਿਉਂਕਿ ਪਤਾ ਨਹੀਂ ਹੈ ਕਿਹੜੇ ਵੇਲੇ ਇਹ ਕਾਨੂੰਨ ਲੈ ਕੇ ਆ ਜਾਣ। ਹਫ਼ਤਿਆਂ ਵਿੱਚ ਵੀ ਆ ਸਕਦਾ, ਮਹੀਨੇ 6 ਮਹੀਨਿਆਂ 'ਚ ਵੀ ਆ ਸਕਦਾ। ਹਾਲੇ ਤਾਂ ਜਾਣੀ ਕਿ ਇਹਨਾਂ ਨੇ ਅਗਰੀਮੈਂਟ ਕੀਤੀ ਆ ਵੀ ਅਸੀਂ ਆਹ ਕੰਮ ਇੱਦਾਂ ਸੌਖਾ ਕਰ ਸਕਦੇ 2 ਜਣੇ ਸਲਾਹ ਦੇ ਨਾਲ, ਦੋਵੇਂ ਮੁਲਕ। ਤੇ ਜਿਨ੍ਹਾਂ ਦੇ ਇਹ 15 ਸਾਲ ਜਾਂ 18 ਸਾਲ ਹੋ ਗਏ, ਜਿੱਦਾਂ ਮੇਰੇ ਕੋਲੀ ਨੇ ਦੱਸਿਆ ਕਿ ਬੇਟੇ ਨੇ ਕਿ ਬਈ ਅਸੀਂ ਉਹਦੇ ਲਈ ਪੇਪਰ ਤਿਆਰ ਕਰਕੇ ਸਾਨੂੰ ਮਿਲੋ, ਜਾਂ ਹੋਰ ਵੀ ਕਿਸੇ ਵਕੀਲ ਨੂੰ ਮਿਲੋ, ਤੁਸੀਂ ਜ਼ਰੂਰ ਆਪਣਾ ਦਿਖਾਵੋ, ਵੇਟ ਨਾ ਕਰੋ ਕਿ 20 ਸਾਲ ਹੋਵੇ। ਜੇ ਹੋ ਸਕਦਾ ਕਿ ਤੁਹਾਡਾ ਪਹਿਲਾਂ ਵੀ ਪ੍ਰੋਗਰਾਮ ਹੋ ਸਕਦਾ ਹੋਵੇ ਹੈ ਜੀ। ਸਿਆਣਪੁਣ ਇਹ 'ਚ ਹੈ ਵੀ ਤੁਸੀਂ ਆਪਣਾ ਬੱਚਾ ਪਹਿਲਾਂ ਤੋਂ ਹੀ ਕਰਕੇ ਰੱਖੋ। ਹਾਂਜੀ। ਤੇ ਇਹਦੇ ਵਿੱਚ ਇੱਕ ਹੋਰ ਵੀ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਤੁਸੀਂ ਥੋੜਾ ਜਿਹਾ ਕਲੀਅਰ ਜਿਹਾ ਕਰ ਦਿਓ ਇਸ ਗੱਲ ਦਾ ਵੀ ਬਾਈ ਚਾਂਸ ਕੋਈ ਬੰਦਾ ਘਰੋਂ ਨੱਪਿਆ ਜਾਂਦਾ ਜਾਂ ਕੋਈ ਫੜਿਆ ਜਾਂਦਾ, ਇਸ ਤਰ੍ਹਾਂ ਦਾ ਬੰਦਾ 17-18 ਸਾਲ ਤੋਂ ਰਹਿ ਰਿਹਾ, ਕੀ ਉਹਨੂੰ ਤੁਸੀਂ ਉਸ ਵੇਲੇ ਵਕੀਲ ਕਰਕੇ ਤੇ ਉਹਨੂੰ ਇੱਥੇ ਰੱਖ ਸਕਦੇ ਆ, ਜਾਂ ਕੀ ਇਹਦੇ ਬਾਰੇ ਪ੍ਰੋਸੀਜਰ ਹੋਏਗਾ? ਸੀ ਜੇ ਤਾਂ ਉਹਨਾਂ ਨੇ ਕੋਈ ਫਾਸਟ ਟਰੈਕ ਕੋਈ ਸਿਸਟਮ ਕੱਢ ਦਿੱਤਾ ਵੀ ਜਿਹਦੇ ਵਿੱਚੋਂ ਅਗਲੇ ਨੂੰ ਉਹ ਛੇਤੀ ਭੇਜ ਸਕਦੇ ਆ, ਤਾਂ ਫਿਰ ਤਾਂ ਸਾਡਾ ਕੰਮ ਬਹੁਤ ਔਖਾ ਹੋ ਜਾਏਗਾ। ਫਿਰ ਅਸੀਂ ਕੋਰਟ ਕਚਹਿਰੀਆਂ ਗੁਰਜਿੰਦਰ ਸਿੰਘ ਕਾਲ ਲੈ ਲਈਏ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ ਹੈਲੋ Hello, can you hear me? ਯੈਸ, ਸਤਿ ਸ਼੍ਰੀ ਅਕਾਲ ਜੀ। Yeah, सत श्री अकाल। मुझे ना क्वेश्चन पूछना था। Can you hear me? Yeah, सत श्री अकाल। हेलो ਹੈਲੋ, ਹਾਂਜੀ ਤੁਸੀਂ ਆਪਣਾ ਸਵਾਲ ਕਰੋ। ਤੁਹਾਡੀ ਰਿਸੈਪਸ਼ਨ ਮੈਨੂੰ ਘੱਟ ਲੱਗਦੀ ਹੈ, ਮੋਬਾਈਲ ਟਿਕਾ ਕੇ ਰੱਖੋ ਜੀ। ओके ओके फाइन। मुझे ये पूछना था, स्टूडेंट वीज़ा पर तो अब मुझको सिविल मैरिज देने में वो तो उसके लिए मेरी वीज़ा और बोलते हैं कि के लिए लाइक करना पड़ता है। क्या मैं एक्सटेंशन कर कुछ कर ऐसा कुछ है? ਗੁਰਜਿੰਦਰ ਸਿੰਘ ਜੀ, ਤੁਹਾਨੂੰ ਸਮਝ ਲੱਗ ਗਈ ਸਵਾਲ ਦੀ? नहीं जी सर, नहीं सुनिए नहीं। सॉरी बेटा, ਤੁਸੀਂ ਇਸ ਤਰ੍ਹਾਂ करो, आप ऐसा कीजिए कि दोबारा सवाल जरूर कीजिए और अपने मोबाइल, अगर आप मोबाइल से हमें फोन कर रहे हैं तो मोबाइल को एक जगह ही टिका के रखिए, तो रिसेप्शन का थोड़ा सा ऐसा लगता है। ठीक है जी, दोबारा सवाल करो, आप दोबारा सवाल कर दें आपको। मेरे ख्याल कॉल मैंने लगता है कि वो दोबारा कट के कॉल करेंगे जी। कॉल कटी गई है, कोई नहीं, आप दोबारा फिर ट्राई कीजिए, तो सवाल जो आपका है उसका जवाब आपको जरूर मिलेगा जी। सो गल कर रहे हैं जी, कोई अगर तुहाडा भी सवाल है, जिवें असीं गुरजिंदर सिंह जी उन्हां दे कोलों ਅਸੀਂ ਇਹ ਗੱਲ ਜਾਣਨੀ ਚਾਹੁੰਦੇ ਹਾਂ, ਸਾਡੇ ਦਰਸ਼ਕ ਜਾਣਨੀ ਚਾਹੁੰਦੇ ਆ ਕਿ ਅਗਰ ਕੋਈ ਬੰਦਾ ਕੋਈ ਇਸ ਤਰ੍ਹਾਂ ਘਰ ਦੇ ਵਿੱਚੋਂ ਜਾਂ ਕਿਤੇ ਵੀ ਕੰਮਕਾਰ ਤੋਂ ਕਿਤੇ ਫੜਿਆ ਜਾਂਦਾ ਤੇ ਫਾਸਟ ਟਰੈਕ ਦੇ ਵਿੱਚ ਅਗਰ ਉਹ ਪਤਾ ਲੱਗ ਗਿਆ ਜਾਂ ਕਿਸੇ ਆਪਣੇ ਸੱਜਣ ਮਿੱਤਰ ਨੂੰ ਫੋਨ ਕਰ ਦਿੰਦਾ ਕਿ ਮੈਨੂੰ ਆਹ ਕੰਮ ਹੋ ਗਿਆ, ਤੇ ਉਹ ਕੀ 에어ਪੋਰਟ ਤੇ ਪਹੁੰਚਣ ਤੋਂ ਪਹਿਲਾਂ ਉਹ ਪੁਲਿਸ ਦੇ ਨਾਲ ਜਾਂ ਇਮੀਗ੍ਰੇਸ਼ਨ ਵਾਲਿਆਂ ਦੇ ਨਾਲ
ਕਨੈਕਟ ਕਰਕੇ ਤੇ ਉਹ ਕੀ ਉਹਨੂੰ ਵਾਪਸ 'ਚ ਰੱਖ ਸਕਦਾ ਆ, ਜਾਂ ਕਿ ਉਹਨਾਂ ਨੇ ਵਾਪਸ ਉਹਨੂੰ ਭੇਜਣਾ ਹੀ ਭੇਜਣਾ? ਨਹੀਂ ਜੀ, ਉਹ ਡਿਪੈਂਡ ਕਰਦਾ ਸਰਕਮਸਟੈਂਸਿਸ ਤੇ। ਸੋ ਜਿਸ ਤਰ੍ਹਾਂ ਮੈਂ ਕਿਹਾ ਸੀਗਾ ਵੀ ਤੁਸੀਂ ਪਹਿਲਾਂ ਤੋਂ ਹੀ ਆਪਣਾ ਬਚਾਅ ਰੱਖੋ। ਸੋ ਮੇਰਾ ਕਹਿਣ ਦਾ ਭਾਵ ਇਹੀ ਸੀਗਾ ਵੀ ਜੇ ਤੁਹਾਡਾ ਕਿਸੇ ਤਰ੍ਹਾਂ ਦਾ ਕੇਸ ਦਰਜ ਹੋਇਆ ਆ ਸਰਕਾਰ ਦੇ ਵਿੱਚ, ਹੋਮ ਆਫਿਸ 'ਚ ਕੋਈ ਗਿਆ ਆ, ਐਪਲੀਕੇਸ਼ਨ ਲੱਗੀ ਹੈ, ਤਾਂ ਤੁਹਾਡਾ ਇੱਥੇ ਫਿਰ ਬਚਾਅ ਰਹਿੰਦਾ ਆ, ਕਿਉਂਕਿ ਜਿੰਨਾ ਚਿਰ ਉਹ ਉਸ ਐਪਲੀਕੇਸ਼ਨ ਤੇ ਕੋਈ ਜਵਾਬ ਨਹੀਂ ਦੇ ਦਿੰਦੇ, ਤੁਹਾਨੂੰ ਇੱਥੋਂ ਕੋਈ ਨਹੀਂ ਕੱਢ ਸਕਦਾ, ਰਾਈਟ। ਸੋ ਜੇ ਤੁਹਾਡੀ ਦਲੀਲ ਗਈ ਆ ਸਰਕਾਰ ਦੇ ਕੋਲ, ਤੁਹਾਡੀ ਅਪੀਲ ਹੋ ਰਹੀ ਹੈ, ਜਾਂ ਤੁਹਾਡਾ ਕੋਈ ਅਰਜ਼ੀ ਗਈ ਹੈ, ਜਿੰਨਾ ਚਿਰ ਉਹਦੇ ਤੇ ਸੋਚ ਵਿਚਾਰ ਹੋ ਕੇ ਪੂਰੀ ਤਰ੍ਹਾਂ ਬਹਿਸ ਵਸਈਆ ਹੋ ਕੇ ਕੋਰਟ ਤੱਕ ਨਾ ਮਸਲਾ ਚੱਲ ਜਾਵੇ, ਉੱਥੇ ਨਾ ਅਪੀਲ ਹੋ ਜਾਵੇ, ਜੱਜ ਤੋਂ ਨਾ ਜਵਾਬ ਆ ਜਾਵੇ, ਤੁਸੀਂ ਆਪਣਾ ਕੁਛ ਨਾ ਕੁਛ ਸਿਸਟਮ ਦੇ ਵਿੱਚ ਆਪਣਾ ਤੁਸੀਂ ਲਗਾਓ। ਜੇ ਤੁਹਾਡੀ ਕੋਈ ਇੱਥੇ ਤੁਸੀਂ ਰਹਿਣਾ ਚਾਹੁੰਦੇ ਆ, ਗੈਰ ਕਾਨੂੰਨੀ ਰਹਿਣਾ ਜਿਹੜਾ ਹੈਗਾ ਉਹ ਗੈਰ ਉਹ ਹੈਗਾ ਹੀ ਗੈਰ ਕਾਨੂੰਨੀ ਆ। ਸੋ ਇਸ ਕਰਕੇ ਇਹ ਜ਼ਰੂਰੀ ਹੈ ਵੀ ਤੁਸੀਂ ਆਪਣਾ ਕੋਈ ਕੇਸ ਲਾਓ ਐਂਡ ਆਪਣਾ ਬਚਾਅ ਇਸ ਦੇ ਥਰੂ ਨਾ ਆਪਣਾ ਰੱਖੋ। ਜੀ ਬਿਲਕੁਲ, ਇਹ ਸਾਡੇ ਪੀ ਸਾਹਿਬ ਨੇ ਬਿਲਕੁਲ ਕਲੀਅਰ ਕਰ ਦਿੱਤਾ ਕਿ ਅਗਰ ਤਾਂ ਤੁਹਾਡਾ ਕੋਈ ਕੇਸ ਇੱਥੇ ਚੱਲਦਾ ਵਾ ਤੇ ਫਿਰ ਤੁਹਾਨੂੰ ਵਾਪਸ ਨਹੀਂ ਭੇਜ ਸਕਦੇ ਜਿੰਨਾ ਚਿਰ ਤੁਹਾਡੇ ਉਹ ਇਹ ਫੈਸਲਾ ਨਹੀਂ ਹੋ ਜਾਂਦਾ। ਅਗਰ ਕੁਝ ਵੀ ਨਹੀਂ ਚੱਲਦਾ, ਤੁਸੀਂ ਉਹਦੇ ਵੈਸੇ ਬੈਠੇ ਹੋ ਤੇ ਵੈਸੇ ਡਿੱਕੇ ਆ ਜਾਂਦੇ ਹੋ, ਤੇ ਫਿਰ ਮੇਰੇ ਖਿਆਲ ਕਿ ਜਿਵੇਂ ਵਕੀਲ ਸਾਹਿਬ ਕਹਿ ਰਹੇ ਨੇ, ਕੋਈ ਫਿਰ ਉਹਦਾ ਜਿਹੜਾ ਤੁਹਾਨੂੰ ਨਹੀਂ ਕੋਈ ਰੋਕ ਨਹੀਂ ਸਕਦਾ। ਫਿਰ ਕਾਲ ਸਾਡੇ ਨਾਲ ਕਦੋਂ ਜੁੜ ਗਿਆ ਨਾ ਜੀ, ਆਓ ਉਹਨਾਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ। ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਪੁੱਛਣਾ ਚਾਹੋਗੇ ਜੀ? ਹਾਂਜੀ, ਮੈਂ ਇਟਲੀ ਤੋਂ ਬੋਲਦਾ, ਜੋਗਾ ਰਾਮ ਜੀ। ਜੋਗਾ ਰਾਮ ਜੀ, ਬਹੁਤ ਸਵਾਗਤ ਹੈ ਤੁਹਾਡਾ ਜੀ। ਕੀ ਪੁੱਛਣਾ ਚਾਹੋਗੇ ਜੀ? ਹਾਂਜੀ, ਮੈਂ ਸਰ ਜੀ ਇਹ ਪੁੱਛਣਾ ਕਿ ਜਿਹੜਾ ਬੰਦਾ ਇੰਗਲੈਂਡ ਦੇ ਵਿੱਚ ਸੈਟਲ ਹੋ ਚੁੱਕਾ EU ਦੇ ਅੰਦਰ, ਉਹ ਆਪਣੇ ਫੈਮਿਲੀ ਮੈਂਬਰ ਨੂੰ ਲਿਜਾ ਨਹੀਂ ਸਕਦਾ ਇੰਗਲੈਂਡ ਦੇ ਵਿੱਚ? ਤੁਸੀਂ ਲਾਈਨ ਤੇ ਬਣੇ ਰਹੋ, ਆਪਾਂ ਵਕੀਲ ਸਾਹਿਬ ਜਵਾਬ ਦਿੰਦੇ ਨੇ ਤੁਹਾਨੂੰ। ਹਾਂਜੀ ਵਕੀਲ ਸਾਹਿਬ ਜੀ। ਹਾਂਜੀ, ਜੇ ਤੁਹਾਡੀ ਇੱਥੇ UK 'ਚ ਰਹਿੰਦੇ ਹੋਏ ਤੁਹਾਡੀ ਪ੍ਰੀ ਸੈਟਲ ਜਾਂ ਸੈਟਲ ਸਟੇਟਸ ਹੈਗੀ ਹੈ, ਤੁਸੀਂ ਯੂਰੋਪੀਅਨ ਨੈਸ਼ਨਲ ਹੈਗੇ ਆ, ਤਾਂ ਤੁਹਾਡੇ ਕੋਲ 30 ਜੂਨ ਤੱਕ ਦਾ ਸਮੇਂ ਹੈਗਾ, ਤੁਸੀਂ ਆਪਣੇ ਫੈਮਿਲੀ ਮੈਂਬਰਸ ਮੰਗਾ ਸਕਦੇ ਹੋ। ਨਾਲ ਇਦਾਂ ਲਿਜਾ ਵੀਜ਼ੇ ਨਾਲ ਲਿਜਾ ਸਕਦੇ, ਜਾਂ ਇਦਾਂ ਅਸੀਂ ਨਾਲ ਬੱਚਿਆਂ ਨੂੰ ਲਿਜਾ ਸਕਦੇ ਹਾਂ? ਨਹੀਂ ਜੀ ਸਰ, ਉਹਨਾਂ ਨੂੰ ਵੀਜ਼ਾ ਅਪਲਾਈ ਕਰਨਾ ਪਏਗਾ। ਸੋ ਵੀਜ਼ੇ ਤੇ ਆ ਸਕਦੇ, ਵੀਜ਼ੇ ਤੋਂ ਬਿਨਾਂ ਨਹੀਂ। ਜੇ ਉਹਨਾਂ ਕੋਲ ਯੂਰੋਪੀਅਨ ਪਾਸਪੋਰਟ ਹੈ ਤਾਂ 6 ਮਹੀਨੇ ਤੱਕ ਉਹ ਇੱਥੇ ਬਿਨਾਂ ਵੀਜ਼ੇ ਤੋਂ ਆ ਸਕਦੇ ਆ। ਪਰ ਜੇ ਉਹਨਾਂ ਦਾ ਇਰਾਦਾ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਆ ਵੀ ਉਹਨਾਂ ਦਾ ਫੈਮਿਲੀ ਮੈਂਬਰ ਆਲਰੇਡੀ ਆ ਚੁੱਕਾ ਆ, ਤਾਂ ਉਹਨਾਂ ਨੂੰ ਇੱਥੇ ਮੰਗਾਉਣਾ ਆ, ਤਾਂ ਉਹ ਮੰਗਾ ਸਕਦੇ, ਫਿਰ ਵੀਜ਼ੇ ਰਾਹੀਂ ਉਹ ਆਉਣਗੇ। ਦਰਅਸਲ ਸਰ ਜੀ ਗੱਲ ਇਹ ਹੋਈ ਆ ਕਿ ਮੈਂ ਤੇ ਮੇਰੀਆਂ ਲੜਕੀਆਂ ਅਸੀਂ ਇੰਗਲੈਂਡ ਜਾ ਕੇ ਆਏ ਸੀ। ਸਾਡਾ ਉੱਥੇ ਘਰ ਵੀ ਆ, ਤੇ ਸਾਨੂੰ ਨਾ ਉਹਨਾਂ ਨੇ ਅੱਜ ਰੋਕ ਦਿੱਤਾ ਕਿ ਤੁਸੀਂ ਬਿਨਾਂ ਵੀਜ਼ੇ ਤੋਂ ਨਹੀਂ ਜਾ ਸਕਦੇ। ਹੈਲੋ। ਹਾਂਜੀ ਹਾਂਜੀ ਹਾਂਜੀ, ਕਹਿੰਦੇ ਵੀਜ਼ੇ ਤੋਂ ਬਿਨਾਂ ਨਹੀਂ ਜਾ ਸਕਦੇ। ਤੁਸੀਂ ਜਦੋਂ ਇੱਥੇ ਸਾਡੇ ਕੋਲ ਦੂਸਰੀ, ਨਹੀਂ ਸਾਡੇ ਕੋਲ ਸਰ ਜੀ ਯੂਰਪੀਅਨ ਯੂਨੀਅਨ ਦੀ ਸੰਜੋਰਨੋ ਆ, ਚਿਤਾਦੀਨੋ ਦੀ। ਹਾਂਜੀ, ਸੋ ਤੁਹਾਡੀ ਸਟੇਟਸ ਜਿਹੜੀ ਹੈਗੀ ਹੈ ਯੂਰੋਪੀਅਨ ਮੁਲਕ 'ਚ ਟੈਂਪਰਰੀ ਹੈ ਨਾ? ਹਾਂਜੀ, PR ਨਹੀਂ ਹੈਗੀ ਨਾ ਪਹਿਲਾਂ ਉਦੋਂ ਉਹਦੇ ਤੇ ਕੋਈ ਰੋਕ ਨਹੀਂ ਸੀ। ਅੱਜ ਪਤਾ ਨਹੀਂ ਉਹਨਾਂ ਨੇ ਕਿਉਂ ਏਦਾਂ ਕੀਤੀ ਆ ਸਾਡੇ ਨਾਲ। ਹਾਂਜੀ, ਸੋ ਤੁਹਾਨੂੰ ਕੀ ਚਾਹੀਦਾ ਸੀਗਾ ਜਦੋਂ ਤੁਸੀਂ ਇੰਗਲੈਂਡ ਆ ਗਏ ਸੀਗੇ ਸਰ? ਤੁਹਾਨੂੰ ਪ੍ਰੀ ਸੈਟਲ ਸਟੇਟਸ ਲਈ ਅਪਲਾਈ ਕਰ ਲੈਣਾ ਚਾਹੀਦਾ ਸੀਗਾ। ਉਹ ਸਾਡੇ ਬੱਚਿਆਂ ਨੂੰ ਕੰਮ ਸੀ, ਆਉਣਾ ਪੈ ਗਿਆ, ਤੇ ਫਿਰ ਅਸੀਂ ਦੁਬਾਰਾ ਜਾਣਾ ਸੀ। ਮੈਂ ਤਾਂ ਚਲੋ ਜਾ ਸਕਦਾ, ਉਹਨੇ ਮੇਰੇ ਨਾਲ ਮੇਰੇ ਬੱਚਿਆਂ ਨੂੰ ਨਹੀਂ ਆਉਣ ਦਿੱਤਾ। ਕੋਈ ਨਹੀਂ ਸਰ, ਤੁਸੀਂ ਇਸ ਤਰ੍ਹਾਂ ਕਰਿਓ, ਮੇਰਾ ਮੋਬਾਈਲ ਨੰਬਰ ਹੈਗਾ ਸਕਰੀਨ ਤੇ, ਤੁਸੀਂ ਸਾਨੂੰ ਫੋਨ ਕਰ ਲਿਓ, ਆਪਾਂ ਫਿਰ ਤੁਹਾਡੀ ਪੂਰੀ ਗੱਲ ਸਮਝ ਕੇ ਫਿਰ ਤੁਹਾਨੂੰ ਤਸੱਲੀ ਨਾਲ ਆਪਾਂ ਤੁਹਾਨੂੰ ਜਵਾਬ ਦੇ ਦਾਂਗੇ। ਹਾਂਜੀ, ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ। ਠੀਕ ਹੈ ਜੀ, ਓਕੇ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਮਿਹਰਬਾਨੀ। ਹਾਂਜੀ, ਨੰਬਰ ਤੁਸੀਂ ਜ਼ਰੂਰ ਨੋਟ ਕਰ ਲਓ, ਮੋਬਾਈਲ ਨੰਬਰ ਇਹਨਾਂ ਦਾ ਨੋਟ ਕਰ ਲਓ ਜੀ, ਤੁਸੀਂ ਕਾਲ ਕਰ ਸਕਦੇ ਆ। ਅਗਰ ਤੇ ਤੁਸੀਂ ਵਕੀਲ ਸਾਹਿਬ ਜੀ ਗੁਰਜਿੰਦਰ ਸਿੰਘ ਜੀ ਦਾ ਆਪਾਂ ਗੱਲ ਕਰ ਰਹੇ ਹਾਂ, ਜੇ ਤੇ ਇੱਥੇ ਕਹਿੰਦੇ ਸਾਡਾ ਘਰ ਵੀ ਆ,
ਅਗਰ ਸਾਡੇ ਭਾਈ ਸਾਹਿਬ ਨੇ, ਸਾਡੇ ਵੀਰ ਜੀ ਨੇ ਜੇ ਤੇ ਸੈਟਲਮੈਂਟ ਲਈ ਇੱਥੇ ਅਪਲਾਈ ਕੀਤਾ ਹੋਏਗਾ ਪਹਿਲਾਂ ਆਲਰੇਡੀ, ਤੇ ਫਿਰ ਜਿਹੜੀਆਂ ਬੱਚੀਆਂ ਉਹਨਾਂ ਦਾ ਪ੍ਰੋਸੀਜਰ ਮੇਰੇ ਖਿਆਲ ਇਹ ਹੋਏਗਾ ਕਿ ਉਹ ਵੀਜ਼ਾ ਅਪਲਾਈ ਕਰਕੇ ਉਹਨੂੰ ਵੀ ਆ ਸਕਦੇ ਆ, ਕਿਉਂ ਜੀ? ਜੀ ਬਿਲਕੁਲ ਜੀ, ਹਾਂਜੀ। ਉਹਨਾਂ ਦਾ ਵੀਜ਼ਾ ਨਹੀਂ ਹੋਣਾ ਬੱਚੀਆਂ ਦਾ, ਤੇ ਇਸ ਕਰਕੇ ਉਹਨਾਂ ਨੇ ਫਿਰ ਉਹਨਾਂ ਨੂੰ ਰੋਕ ਦਿੱਤਾ ਵਾ। ਇਹਨਾਂ ਦਾ ਆਪਣਾ ਇਹਨਾਂ ਦਾ ਸੈਟਲਮੈਂਟ ਤਾਂ ਇੱਥੇ ਇਹਨਾਂ ਨੇ ਕੀਤਾ ਹੋਊਗਾ ਆਪਣਾ ਜ਼ਰੂਰ ਇਹਨਾਂ ਨੇ। ਹਾਂਜੀ ਹਾਂਜੀ, ਨਹੀਂ ਇਸ਼ੂ ਇਦਾਂ ਆ ਵੀ ਯੂਰਪ 'ਚ ਕਈ ਤਰ੍ਹਾਂ ਦੇ ਬਾਇਓਮੈਟ੍ਰਿਕ ਕਾਰਡਸ ਵਗੈਰਾ ਜਿਸ ਤਰ੍ਹਾਂ ਇਹ ਕਹਿ ਰਹੇ ਸੀ ਸਿਨਿਓਨੋ ਇਹਨਾਂ ਨੂੰ ਮਿਲੀ ਹੈ, ਉਸ ਤੇ ਵੀ ਲੋਕੀ ਆਉਂਦੇ ਜਾਂਦੇ ਰਹੇ ਆ। ਪਹਿਲਾਂ ਕੋਈ ਪੁੱਛਗਿੱਛ ਨਹੀਂ ਸੀ ਬਾਹਲੀ ਹੁੰਦੀ, ਪਰ ਜਦ ਦਾ ਬ੍ਰੈਕਸਿਟ ਹੋਇਆ ਹੁਣ ਰੂਲਸ ਚੇਂਜ ਹੋ ਗਏ ਨੇ, ਸਖਤਾਈ ਹੋਰ ਆ ਗਈ ਨੇ। ਸੋ ਜੋ ਵੀ ਹੁਣ ਅੱਜ ਦੀ ਡੇਟ 'ਚ ਜੋ ਰੂਲਸ ਹੈਗੇ ਨੇ ਉਹ ਜ਼ਰੂਰੀ ਹੈ ਵੀ ਆਪਾਂ ਉਹਨਾਂ ਨੂੰ ਫੋਲੋ ਕਰੀਏ। ਹਾਂ ਜਿਹੜੇ ਬਿਲਕੁਲ, ਕਿਉਂਕਿ ਰੂਲ ਬ੍ਰੈਕਸਿਟ ਤੋਂ ਬਾਅਦ ਚੇਂਜ ਹੋ ਗਏ ਨੇ, ਤੇ ਜੇ ਤਾਂ ਇਹਨਾਂ ਨੇ ਅਪਲਾਈ ਕੀਤਾ ਹੋਏਗਾ ਇੱਥੇ ਆ ਕੇ ਸੈਟਲਮੈਂਟ ਵਾਸਤੇ ਜਾਂ ਪ੍ਰੀ ਸੈਟਲਮੈਂਟ ਵਾਸਤੇ, ਫਿਰ ਤਾਂ ਇਹਨਾਂ ਦਾ ਵੀ ਹੱਕ ਮੇਰੇ ਖਿਆਲ ਹੋਏਗਾ ਇੱਥੇ ਰਹਿਣ ਦਾ। ਅਗਰ ਜੇ ਇਹਨਾਂ ਨੇ ਨਹੀਂ ਅਪਲਾਈ ਕੀਤਾ ਹੋਏਗਾ ਤੇ ਘਰ ਵੈਸੇ ਹੀ ਖਰੀਦ ਲਿਆ ਆ ਕੇ, ਤੇ ਫਿਰ ਇਹਦੇ ਵਿੱਚ ਪ੍ਰੋਬਲਮ ਆ ਸਕਦੀ ਹੈ। ਹਾਂਜੀ ਸਰ, ਕੰਪਲਿਕੇਟਡ ਹੋ ਜਾਂਦਾ। ਹਾਂਜੀ, ਸੋ ਇਹ ਆਪਾਂ ਫੇਰ ਕਰ ਸਕਦੇ। ਜੀ ਬਿਲਕੁਲ, ਜਿਵੇਂ ਸਾਡੇ ਵਕੀਲ ਸਾਹਿਬ ਜੀ ਇਹ ਗੱਲ ਦੱਸ ਰਹੇ ਨੇ ਕਿ ਥੋੜਾ ਜਿਹਾ ਫਿਰ ਮੁਸ਼ਕਲ ਆ ਸਕਦੀ ਹੈ ਇੱਥੇ ਰਹਿਣ ਵਾਸਤੇ ਜਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਬਣਾਉਣ ਵਾਸਤੇ। ਕੋਲਰ ਸਾਡੇ ਨਾਲ ਜੁੜ ਗਿਆ ਨੇ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਬਹੁਤ ਨਿੱਘਾ ਤੁਹਾਡਾ ਸਵਾਗਤ ਹੈ ਜੀ। ਕੀ ਪੁੱਛਣਾ ਚਾਹੋਗੇ ਜੀ? ਵੀਰ ਜੀ, ਜਿਹੜਾ ਹੁਣ ਕਹਿੰਦੇ 20 ਸਾਲ ਦਾ ਬੱਚਿਆਂ ਨੂੰ ਇੱਥੇ ਮੰਗਾ ਸਕਦੇ, ਕਿਸ ਤਰ੍ਹਾਂ ਮੰਗਾ ਸਕਦੇ ਆ? ਹਾਂਜੀ, 18 ਤੋਂ 20 ਸਾਲ ਦੇ ਜਿਹੜੇ ਬੱਚੇ ਆ ਉਹਨਾਂ ਦਾ ਵਕੀਲ ਸਾਹਿਬ ਜੀ ਦੱਸ ਰਹੇ ਆ। ਹਾਂਜੀ ਵਕੀਲ ਸਾਹਿਬ ਜੀ, ਉਹਨਾਂ ਦੀ ਅਰਜ਼ੀ ਆਪਾਂ ਨੂੰ ਲਾਉਣੀ ਪੈਂਦੀ ਆ ਹੋਮ ਆਫਿਸ ਦੇ ਵਿੱਚ। ਇੰਡੀਆ ਤੋਂ ਉਹਨਾਂ ਦਾ ਕੇਸ ਜਿਹੜਾ ਹੈਗਾ ਅਪਲਾਈ ਹੋਏਗਾ ਉਹ ਉਸ ਰੂਟ ਦੇ ਵਿੱਚ। ਹਾਂਜੀ, ਜਿਹੜੇ ਰੂਲਸ ਹੋਣਗੇ ਜਾਂ ਕੀ ਉਹਨਾਂ ਦੀ ਰਿਕੁਆਇਰਮੈਂਟਸ ਹੋਣਗੀ ਉਹ ਆਉਣ ਵਾਲੇ ਦਿਨਾਂ 'ਚ ਸਾਨੂੰ ਪਤਾ ਲੱਗੇਗੀ। ਪਰ ਇਸ ਤਰ੍ਹਾਂ ਦਾ ਰੂਟ ਜਿਹੜਾ ਹੈਗਾ ਐਲਾਨ ਹੋ ਗਿਆ ਆ। ਸੋ ਬਹੁਤ ਜਲਦ ਅਸੀਂ ਐਕਸਪੈਕਟ ਕਰ ਸਕਦੇ ਹਾਂ ਵੀ ਇਸ ਤਰ੍ਹਾਂ ਦਾ ਰੂਟ ਜਿਹੜਾ ਹੈਗਾ ਉਹ ਸਟਾਰਟ ਹੋ ਜਾਏਗਾ। ਐਂਡ 3000 ਦੀ ਉਹਨਾਂ ਨੇ ਇੱਕ ਕੋਟਾ ਰੱਖਿਆ ਆ। ਸੋ ਜੇ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਵੀ ਪਹਿਲਾਂ ਤੋਂ ਹੀ ਤਿਆਰੀ ਰੱਖ ਕੇ ਆਪਾਂ ਪ੍ਰਿਪੇਅਰ ਰਹੀਏ। ਸੋ ਜਿਸ ਤਰ੍ਹਾਂ ਹੀ ਉਹ ਰੂਟ ਐਲਾਨ ਹੁੰਦਾ ਆ ਅਸੀਂ ਕੇਸ ਲਾਣ ਵਾਲੇ ਬਣ ਸਕੀਏ, ਨਾ ਕਿ ਜਦੋਂ ਆਪਾਂ ਉਸ ਟਾਈਮ ਤਿਆਰੀ ਸ਼ੁਰੂ ਕਰੀਏ। ਪੇਪਰ ਇੱਥੋਂ ਭਰਨੇ ਪੈਣੇ ਜਾਂ ਇੰਡੀਆ ਚੋਂ? ਤੁਸੀਂ ਦੋਨੋਂ ਪਾਸੇ ਤੁਸੀਂ ਕਰ ਸਕਦੇ, ਇੱਥੋਂ ਵੀ ਕਰ ਸਕਦੇ, ਇੰਡੀਆ ਤੋਂ ਵੀ ਕਰ ਸਕਦੇ। ਹੁਣੇ ਆਨਲਾਈਨ ਆ। ਅੱਛਾ, ਹੁਣੇ ਹੀ ਜਿੱਦਾਂ ਕਰਨੇ ਹੈ ਨਾ, ਛੇਤੀ? ਨਹੀਂ ਜੀ, ਇੰਨੀ ਵੀ ਛੇਤੀ ਨਹੀਂ, ਪਰ ਤੁਸੀਂ ਸਲਾਹ ਲੈ ਲਿਓ। ਤੁਸੀਂ ਬਾਅਦ 'ਚ ਫੋਨ ਕਰ ਲਿਓ, ਆਪਾਂ ਤੁਹਾਨੂੰ ਦੱਸ ਦਾਂਗੇ। ਓਕੇ ਓਕੇ, ਥੈਂਕ ਯੂ ਜੀ। ਬਹੁਤ ਬਹੁਤ ਭੈਣ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਨੂੰ ਕਾਲ ਕੀਤੀ ਹੈ ਜੀ, ਤੇ ਬੜੀ ਚੰਗੀ ਗੱਲ ਹੈ ਤੁਸੀਂ ਇਸ ਬਾਰੇ ਸਵਾਲ ਜਿਹੜਾ ਪੁੱਛਿਆ। ਨੈਕਸਟ ਕਾਲਰ ਸਾਡੇ ਨਾਲ ਜੁੜੇ ਹੋਏ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ ਹੈ ਤੁਹਾਡਾ ਜੀ। ਕੀ ਕਹਿਣਾ ਚਾਹੋਗੇ ਜੀ? ਹਾਂਜੀ, ਅਸੀਂ ਆ ਜਿਹੜਾ ਟੀਵੀ ਤੇ ਆਏ ਆ ਪ੍ਰੋਗਰਾਮ, ਅਸੀਂ ਗੱਲ ਕਰਨੀ ਚਾਹੁੰਦੇ ਆ। ਹਾਂਜੀ ਹਾਂਜੀ, ਸੁਣ ਰਹੇ ਜੀ, ਗੱਲ ਕਰੋ ਤੁਸੀਂ ਜੀ। ਹਾਂਜੀ, ਇੱਕ ਤਾਂ ਮੇਰੀ ਆਵਾਜ਼ ਮੁੜ ਕੇ ਆਈ ਜਾਂਦੀ ਫੋਨ ਤੇ। ਹਾਂ, ਤੁਸੀਂ ਆਪਣਾ ਟੀਵੀ ਬੰਦ ਕਰ ਲਓ ਤੇ ਟੀਵੀ ਪਲੀਜ਼ ਉਹਦੀ ਆਵਾਜ਼ ਬੰਦ ਕਰ ਲਓ ਤੇ ਫੋਨ ਤੇ ਗੱਲ ਕਰੋ, ਫਿਰ ਆਵਾਜ਼ ਨਹੀਂ ਮੁੜ ਕੇ ਆਏਗੀ। ਹਾਂਜੀ ਜੀ, ਅਸੀਂ ਇੱਥੋਂ ਬੋਲਦੇ ਇੰਗਲੈਂਡ ਚੋਂ। ਅਸੀਂ ਜਿੱਦਾਂ ਪੱਕੇ ਆ ਦੋਨੋਂ ਜਣੇ। ਠੀਕ ਹੈ ਜੀ। ਸਾਡੀ ਗੁੱਡੀ ਆ ਇੰਡੀਆ। ਅੱਛਾ। ਤੇ ਉਹਦੇ 2 ਬੱਚੇ ਆ, ਉਹ ਇਟਲੀ ਤੋਂ ਗਈ ਆ। ਜਿੱਦਾਂ ਬੱਚਿਆਂ ਦੇ ਜਨਮ ਇਟਲੀ ਦੇ ਆ, ਹੁਣ ਇਸ ਟਾਈਮ ਇੰਡੀਆ ਆ ਜੀ। ਤੇ ਉਹਨਾਂ ਨੂੰ ਕਿੱਦਾਂ ਅਸੀਂ ਇੱਥੇ ਮੰਗਾ ਸਕਦੇ ਆ? ਤੁਸੀਂ ਕਿੱਥੋਂ ਇਟਲੀ ਤੋਂ ਆ ਕੇ ਸੈਟਲ ਹੋਏ ਹੋ ਜਾਂ ਪਹਿਲਾਂ ਹੀ ਇੱਥੇ ਸੈਟਲ ਹੋ ਇੰਗਲੈਂਡ ਦੇ ਵਿੱਚ? ਨਹੀਂ ਜੀ, ਅਸੀਂ ਇਟਲੀ ਤੋਂ ਆਏ ਆ, ਪਰ 2006 ਦੇ ਆਏ ਆ। 13-14 ਸਾਲ ਹੋ ਗਏ ਆਇਆਂ ਨੂੰ। ਸਾਡੇ ਕੋਲ ਪਾਸਪੋਰਟ ਇੱਥੇ ਦੇ ਹੀ ਆ ਜੀ। ਕੋਈ ਗੱਲ ਨਹੀਂ ਵਕੀਲ ਸਾਹਿਬ ਜੀ, ਆਪਾਂ ਸੁਣਦੇ ਕੀ ਕਹਿੰਦੇ। ਹਾਂਜੀ ਵਕੀਲ ਸਾਹਿਬ ਜੀ। ਹਾਂਜੀ ਨਹੀਂ, ਹਾਂਜੀ ਭੈਣ ਜੀ, ਬ੍ਰੈਕਸਿਟ ਹੋ ਗਿਆ ਆ। ਸੋ ਜੇ ਉਹਨਾਂ ਦਾ ਇਟਾਲੀਅਨ ਨੈਸ਼ਨੈਲਿਟੀ ਹੈਗੀ ਆ, ਸੋ ਆਟੋਮੈਟਿਕ ਰਾਈਟ ਤਾਂ ਨਹੀਂ ਉਹਨਾਂ ਦਾ ਹੁਣ ਬਣਦਾ ਇੱਥੇ ਆ ਕੇ ਰਹਿਣ ਦਾ। ਉਹ ਆ ਸਕਦੇ ਨੇ ਸ਼ਾਇਦ ਪੜ੍ਹਾਈ ਦੇ ਬੇਸ ਤੇ, ਤੁਹਾਡੀ ਕੁੜੀ ਆ ਸਕਦੀ ਹੈ, ਜਾਂ ਕੰਮ ਦੇ ਬੇਸ ਤੇ ਆ ਸਕਦੀ ਆ। ਇਹ ਰੂਟ ਹੈਗਾ। ਨਹੀਂ, ਉਹ ਕੁੜੀ ਦੇ ਮਤਲਬ ਬੱਚਾ ਜਿਹੜਾ ਕਾਕਾ ਆ ਉਹ 18 ਸਾਲਾਂ ਦਾ ਹੋ ਗਿਆ, ਗੁੱਡੀ 13 ਸਾਲ ਦੀ ਹੋ ਗਈ ਆ।
ਹਾਂਜੀ ਹਾਂਜੀ ਸੋ ਜਿਹੜਾ ਸਾਲ ਦਾ ਮੁੰਡਾ ਆ ਉਹ ਇੱਥੇ ਆ ਸਕਦਾ, ਜਿਹੜਾ ਅਸੀਂ ਨਵਾਂ ਤਿੰਨਾਂ ਰੂਟ ਨੂੰ ਹੀ ਮੰਗਾਉਣਾ ਚਾਹੁੰਦੇ ਆ, ਬੱਚਿਆਂ ਨੂੰ ਤੇ ਆਪਦੀ ਗੁੱਡੀ ਨੂੰ। ਹਾਂਜੀ ਹੈਲੋ, ਆਵਾਜ਼ ਆਉਣੋਂ ਹਟ ਗਈ। ਹਾਂਜੀ ਨਹੀਂ ਆਵਾਜ਼ ਤੁਹਾਡੀ ਆ ਰਹੀ ਹੈ। ਇਕੱਲੇ ਦਾ ਵੱਖਰਾ ਰੂਟ ਹੋਏਗਾ। ਸੋ ਇਹ ਨਹੀਂ ਹੋ ਸਕਦਾ ਵੀ ਇਕੱਠਾ ਹੀ ਪਰਿਵਾਰ ਆ ਜਾਵੇ। ਇਕੱਠਾ ਤਾਂ ਆ ਸਕਦਾ ਵੀ ਜੇ ਉਹ ਥੋੜੇ ਸਮੇਂ ਵਾਸਤੇ ਇੱਥੇ ਘੁੰਮਣ ਫਿਰਨ ਆਵੇ, ਪਰ ਜੇ ਉਹਨਾਂ ਦਾ ਇਰਾਦਾ ਹੈ ਲੰਬੇ ਸਮੇਂ ਵਾਸਤੇ ਇੱਥੇ ਰਹਿਣ ਦਾ ਤਾਂ ਇਕੱਲੇ ਨੂੰ, ਕਿਉਂਕਿ ਨਹੀਂ ਅਸੀਂ ਪੱਕਾ ਚਾਹੁੰਦੇ ਆ। ਫਿਰ ਕੱਲਾ ਕਿੱਦਾਂ, ਵੀ ਪਹਿਲਾਂ ਕਾਕੇ ਨੂੰ ਮੰਗਾ ਸਕਦੇ ਆ? ਹਾਂਜੀ ਫਿਰ ਇਕੱਲੇ ਦਾ ਵੱਖਰਾ ਰੂਟ ਹੋਏਗਾ। ਸੋ ਜਿਹੜਾ 18 ਸਾਲ ਦਾ ਆ ਉਹ ਕੰਮ ਦੇ ਬੇਸ ਤੇ ਆ ਸਕਦਾ, ਜਾਂ ਪੜ੍ਹਾਈ ਪਹਿਲਾਂ ਕਰ ਲਵੇ ਤਾਂ ਫਿਰ ਕੰਮ 'ਚ ਆਪਣਾ ਸਵਿਚ ਕਰ ਲਵੇ, ਉਸ ਤਰ੍ਹਾਂ ਪੱਕਾ ਹੋ ਸਕਦਾ। ਜਿਹੜੀ ਤੁਹਾਡੀ ਡੋਟਰ ਹੈਗੀ ਆ, ਜੇ ਉਹਨਾਂ ਦੀ ਕੋਈ ਸਕਿੱਲ ਹੈਗੀ ਆ ਤਾਂ ਉਹ ਵੀ ਸ਼ਾਇਦ ਕੰਮ ਦੇ ਬੇਸ ਤੇ ਆ ਸਕਣ। 13 ਸਾਲ ਦੀ ਜਿਹੜੀ ਗੁੱਡੀ ਪੜ੍ਹਨੇ ਦੇ ਬੇਸ ਤੇ ਆ ਸਕਦੀ ਹੈ। ਹਾਂਜੀ ਤੇ ਬੇਟੀ ਜਿੱਦਾਂ ਉਹ ਕਹਿੰਦੇ ਆ ਸਕਦੀ ਕੰਮ ਦੇ ਨਾਲ। ਅੱਛਾ ਜੀ, ਠੀਕ ਹੈ ਜੀ। ਹੋਰ ਕੋਈ ਪੁੱਛਣਾ ਚਾਹੋਗੇ ਜੀ? ਹਾਂਜੀ, ਇਹਨਾਂ ਦਾ ਫਿਰ ਖਰਚਾ ਕਿੰਨਾ ਕੁ ਆਊਗਾ? ਖਰਚਾ ਇਸ ਤਰ੍ਹਾਂ ਭੈਣ ਜੀ, ਮੈਂ ਤੁਹਾਨੂੰ ਲਿਖ ਕੇ ਦੇ ਸਕਦਾ। ਤੁਸੀਂ ਫਿਰ ਬਾਅਦ 'ਚ ਮੈਨੂੰ, ਮੇਰਾ ਮੋਬਾਈਲ ਨੰਬਰ ਆ ਰਿਹਾ ਸਕਰੀਨ ਤੇ, ਮੈਂ ਤੁਹਾਨੂੰ ਫਿਰ ਸਮਝਾ ਦਾਂਗਾ ਵੀ ਕਿੱਥੇ ਕਿੱਦਾਂ ਕਿਹੜੀ ਹੋਮ ਆਫਿਸ ਦੀ ਫੀਸ ਹੈ, ਜਾਂ ਕਿੰਨਾ ਖਰਚਾ ਟੋਟਲ ਲੱਗੇਗਾ। ਹਾਂਜੀ, ਤੁਹਾਨੂੰ ਅਸੀਂ ਮਿਲ ਵੀ ਸਕਦੇ, ਅਸੀਂ ਇੱਥੇ ਸਮੈਦਕ ਹੀ ਰਹਿੰਦੇ ਆ। ਬਸ ਜੀ ਤੁਸੀਂ ਫਿਰ ਇਦਾਂ ਕਰੋ ਭੈਣ ਜੀ, ਕਿਉਂਕਿ ਟਾਈਮ ਪ੍ਰੋਗਰਾਮ ਤਾਂ ਹੋ ਚੁੱਕਾ। ਤੁਸੀਂ ਸਮੈਦਕ ਤੋਂ ਕੋਈ ਬਹੁਤੀ ਦੂਰ ਨਹੀਂ, ਸੋਹ ਰੋਡ ਤੇ ਇਹਨਾਂ ਦਾ ਦਫ਼ਤਰ ਆ ਜੀ। ਤੁਸੀਂ ਆ ਕੇ ਦਫ਼ਤਰ ਦੇ ਵਿੱਚ ਗੱਲ ਕਰੋ ਜੀ। ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਕੇਵਲ ਸਿੰਘ ਜੀ, ਅਖੀਰ ਦੇ ਵਿੱਚ ਤੁਸੀਂ ਥੋੜੇ ਜਿਹੇ ਲਫ਼ਜ਼ਾਂ ਵਿੱਚ ਕੀ ਕਹਿਣਾ ਚਾਹੋਗੇ? ਟਾਈਮ ਹੋ ਚੁੱਕਾ ਜੀ। ਬਸ ਜੀ, ਮੈਂ ਫਿਰ ਵੀ ਉਹੀ ਕਹੂੰਗਾ ਕਿ ਕਰੋਨਾ ਵਾਇਰਸ ਤੋਂ ਬਚੋ ਹੈ ਜੀ, ਇਹਦੇ ਤੇ ਬਚਾਅ ਕਰੋ ਆਪਣਾ ਤੇ ਆਪਣੇ ਪਰਿਵਾਰ ਦਾ। ਇਹਦੇ ਨਾਲ ਤੁਸੀਂ ਸਾਰੇ ਮੁਲਕ ਦਾ ਕਰ ਸਕਦੇ ਹੋ, ਸਾਰੀ ਦੁਨੀਆ ਦਾ ਹੀ ਫਾਇਦਾ ਕਰ ਸਕਦੇ ਹੋ ਜੀ। ਗੁਰਜਿੰਦਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਹਾਂਜੀ ਸੋ ਇਸ ਹਫ਼ਤੇ ਬਹੁਤ ਸਾਰੇ ਰੂਟਸ ਜਿਹੜੇ ਹੈਗੇ ਨੇ ਉਹ ਸਾਨੂੰ ਪਤਾ ਲੱਗੇ ਆ। ਜੇ ਕਿਸੇ ਵੀ ਚੀਜ਼ ਦਾ ਕਿਸੇ ਨੂੰ ਸੁਣ ਕੇ ਉਹਨਾਂ ਦੇ ਮਨ 'ਚ ਕੁਛ ਲੱਗਾ ਹੋਵੇ, ਸ਼ਾਇਦ ਉਹਨੂੰ ਸਾਨੂੰ ਕੋਈ ਕੁਐਸਚਨ ਕਰਨਾ ਚਾਹੁੰਦੇ ਆ ਤਾਂ ਸਾਨੂੰ ਕਰ ਸਕਦੇ ਆ। ਸਾਡਾ ਮੋਬਾਈਲ ਤੇ ਨੰਬਰ ਸਾਡਾ ਆ ਰਿਹਾ ਸਕਰੀਨ ਤੇ ਤੁਸੀਂ ਬਾਅਦ 'ਚ ਵੀ ਸਾਨੂੰ ਕਾਲ ਕਰ ਸਕਦੇ ਹੋ ਜੀ। ਬਹੁਤ ਧੰਨਵਾਦ ਜੀ। ਕੇਵਲ ਲਾਇਨ ਸੋਲਿਸਿਟਰ ਤੁਹਾਡਾ ਬਹੁਤ ਧੰਨਵਾਦ ਜੀ। ਸਰ ਕੇਵਲ ਸਿੰਘ ਜੀ, ਸਰਦਾਰ ਗੁਰਜਿੰਦਰ ਸਿੰਘ ਜੀ, ਬਹੁਤ ਧੰਨਵਾਦ ਹੈ। ਤੇ ਧੰਨਵਾਦ ਜਿਨ੍ਹਾਂ ਨੇ ਸਾਨੂੰ ਕਾਲਾਂ ਕੀਤੀਆਂ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਜਿਨ੍ਹਾਂ ਦੀਆਂ ਕਾਲਾਂ ਅਸੀਂ ਨਹੀਂ ਲੈ ਸਕੇ, ਧੰਨਵਾਦ ਉਹਨਾਂ ਦਾ ਵੀ ਹੈ। ਵਿਚਾਰ ਸਭ ਦੇ ਆਪੋ ਆਪਣੇ ਨੇ। ਤੁਸੀਂ ਫਿਰ ਵੀ ਕੁਝ ਪੁੱਛਣਾ ਚਾਹੁੰਦੇ ਹੋ, ਅਗਲੇ ਹਫ਼ਤੇ ਤੁਸੀਂ ਜ਼ਰੂਰ ਆਪਣੀ ਕਾਲ ਤਿਆਰ ਕਰ ਲਿਓ ਜੀ। ਹੁਣ ਲਈਏ ਇਜਾਜ਼ਤ, ਬੁਲਾਈਏ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।